ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। मैं हाँ जतिंदर सिंह खैरा। मैं हाँ मोहित रूबल ਤੇ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਇੱਕ ਵਾਰ ਫੇਰ ਸਾਡੇ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਜੀ ਅਖਬਾਰਨਾਮਾ, ਜਿੱਥੇ ਵੱਖਰੀਆਂ ਅਖਬਾਰਾਂ ਦੀਆਂ ਸੁਰਖੀਆਂ ਦੇ ਉੱਤੇ ਅਸੀਂ ਕਰਦੇ ਹਾਂ ਗੱਲਬਾਤ। ਜੀ ਖੈਰ ਸਾਹਿਬ, ਜਿਹੜਾ ਕਿਸਾਨੀ ਸੰਘਰਸ਼ ਆਪਣੇ 20ਵੇਂ ਦਿਨ ਵਿੱਚ ਪਹੁੰਚ ਚੁੱਕਿਆ ਹੈ ਤੇ ਜਿਹੜੀਆਂ ਗੂੰਗੀਆਂ ਬੈਰੀਆਂ ਤੇ ਜਿਹੜੀ ਅੰਨੀਆਂ ਸਰਕਾਰਾਂ ਨੇ ਉਹਨਾਂ ਵੱਲੋਂ ਕੋਈ ਵੀ ਜਿਹੜਾ ਹੈ ਚੰਗੀ ਗੱਲ ਜਿਹੜੀ ਹੈ ਸਾਹਮਣੇ ਨਹੀਂ ਆ ਰਹੀ। ਦੇਖੋ, ਸਰਕਾਰ ਨੇ ਤਾਂ ਪੂਰੀ ਤਰ੍ਹਾਂ ਪਹਿਲਾਂ ਵੀ ਕਲੀਅਰ ਕਰ ਦਿੱਤਾ ਸੀਗਾ ਵੀ ਇਹਦੇ ਵਿੱਚ ਖਾਮੀ ਨਹੀਂ। ਫਿਰ ਹੌਲੀ ਹੌਲੀ ਉਹ ਇਸ ਗੱਲ ਤੇ ਉੱਤੇ ਆ ਗਏ ਕਿ ਬਈ ਖਾਮੀਆਂ ਹੈਗੀਆਂ ਪਰ ਅਸੀਂ ਉਹਨਾਂ ਨੂੰ ਕਲੀਅਰ ਕਰ ਲਾਂਗੇ। ਹੁਣ ਦੇਖੋ, ਜੇ ਇੰਨੀਆਂ ਖਾਮੀਆਂ ਆ ਤੇ ਇਹ ਹੁਣ ਜਿਹੜਾ ਹੈ ਇੱਕ ਇੱਜ਼ਤ ਦਾ ਜਿਹੜਾ ਸਵਾਲ ਬਣ ਚੁੱਕਾ ਹੈ ਰੀਪੀਲ ਕਰਨਾ। ਮਤਲਬ ਇਹਨੂੰ ਪੂਰੀ ਤਰ੍ਹਾਂ ਸਕ੍ਰੈਪ ਕਰ ਦਿਓ, ਖਤਮ ਕਰ ਦਿਓ ਜੀ। ਦੇਖੋ, ਜਦੋਂ ਤੁਸੀਂ ਕਿਸੇ ਨੂੰ ਚੀਜ਼ ਬਿਨਾਂ ਮੰਗੇ ਸਲਾਹ ਦਿੰਦੇ ਹੋ ਤਾਂ ਉਹ ਸਲਾਹ ਦਾ ਮੁੱਲ ਨਹੀਂ ਹੁੰਦਾ। ਉਸੇ ਤਰੀਕੇ ਦੇ ਨਾਲ ਇਹ ਬਿਨਾਂ ਮੰਗੇ ਲਾਵਾ ਨੇ, ਇਹਨਾਂ ਦਾ ਕੋਈ ਮੁੱਲ ਨਹੀਂ ਹੈਗਾ। ਹੁਣ ਆਪਾਂ ਇਹ ਗੱਲ ਕਹਿ ਲਈਏ ਕਿ ਬਾਰ-ਬਾਰ ਮੋਦੀ ਸਾਹਿਬ ਦਾ ਪੂਰਾ ਜ਼ੋਰ ਲੱਗਾ ਹੋਇਆ ਆ। ਹੁਣ ਉਹ ਹਰ ਮੀਡੀਆ ਦੇ ਉੱਤੇ ਵੱਖਰੀਆਂ ਅਖਬਾਰਾਂ ਦੇ ਉੱਤੇ ਬੈਨਰ ਛਪਾ ਕੇ ਇਹ ਦੱਸ ਰਹੇ ਨੇ ਕਿ ਬਈ ਇਹ ਜਿਹੜਾ ਹੈ ਇਹ ਤੁਹਾਡੇ ਹੱਕ ਦੇ ਵਿੱਚ ਹੈ ਜੀ। ਹਨਾ, ਜਦੋਂ ਤੁਹਾਨੂੰ ਇੰਨਾ ਕੁਝ ਕਰਨਾ ਪੈ ਜਾਵੇ ਤਾਂ ਤੁਹਾਨੂੰ ਪਤਾ ਹੈ ਕਿ ਕਿਤੇ ਨਾ ਕਿਤੇ ਉਹਦੇ ਵਿੱਚ ਕੋਈ ਨਾ ਕੋਈ ਲੂਪ ਹੋਲ ਹੈਗਾ ਹੁੰਦਾ ਹੈ। ਖੈਰ ਸਾਹਿਬ, ਤੁਸੀਂ ਇੱਥੇ ਗੱਲ ਦੇਖੋ ਕਿ ਕੇਂਦਰ ਸਰਕਾਰ ਕੀ ਕਰ ਰਹੀ ਹੈ ਕਿ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ, ਉਹ ਗੁਜਰਾਤ ਦੇ ਵਿੱਚ ਇੱਕ ਪ੍ਰੋਗਰਾਮ ਜਿਹੜਾ ਹੈ ਉਹਨਾਂ ਨੇ ਆਰਗੇਨਾਈਜ਼ ਕੀਤਾ ਹੈ, ਜਿੱਥੇ ਉੱਥੋਂ ਦੇ ਕਿਸਾਨਾਂ ਦੇ ਨਾਲ ਗੱਲਬਾਤ ਕਰਨਗੇ ਕਿਸਾਨੀ ਬਿੱਲਾਂ ਦੇ ਬਾਰੇ। ਐਂਡ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਪੂਰੀ ਉਹਨਾਂ ਦੀ ਪਾਰਟੀ ਹੈ ਕੇਂਦਰ ਸਰਕਾਰ, ਉਹਨਾਂ ਦਾ ਪੂਰਾ ਕਹਿਣਾ ਹੈ ਕਿ ਹਾਂ ਵੀ ਕਾਫੀ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਹੁਣ ਸਮਰਥਨ ਵਿੱਚ ਆ ਉਤਰੀਆਂ ਨੇ, ਉਹਨਾਂ ਨੂੰ ਬਿੱਲ ਚੰਗਾ ਲੱਗ ਪਿਆ ਵਾ, ਇਹ ਆ ਉਹ। ਕਹਿਣ ਦਾ ਮਤਲਬ, ਜਿਵੇਂ ਕਿ ਅਸੀਂ ਕੱਲ ਵੀ ਡਿਸਕਸ ਕੀਤਾ ਸੀਗਾ ਕਿ ਹਾਂ ਵੀ ਹੁਣ ਜਿਹੜੀ ਕੇਂਦਰ ਸਰਕਾਰ ਹੈ ਉਹਨਾਂ ਨੂੰ ਪਤਾ ਚੱਲ ਚੁੱਕਿਆ ਹੈ ਕਿ ਹਾਂ ਵੀ ਬਿੱਲਾਂ ਵਿੱਚ ਜਿਹੜੀ ਕਮਜ਼ੋਰੀ ਹੈ ਜਾਂ ਕਈ ਬਿੱਲਾਂ ਵਿੱਚ ਜਿਹੜੀ ਸੁਧਾਰ ਦੀ ਲੋੜ ਹੈ। ਪਰ ਜਿਵੇਂ ਕਿ ਤੁਸੀਂ ਕਿਹਾ ਕਿ ਹਾਂ ਵੀ ਉਹ ਆਪਣੀ ਜਿਹੜੀ ਗੱਲਬਾਤ ਹੈ, ਆਪਣੀ ਜਿਹੜੀ ਕਮਜ਼ੋਰੀ ਹੈ ਉਹ ਮੰਨ ਨਹੀਂ ਰਹੇ। ਹੁਣ ਕਿਸੇ ਨਾ ਕਿਸੇ ਕਾਰਨ ਵਜੋਂ, ਚਾਹੇ ਉਸ ਨੂੰ ਕਿਸੇ ਹੋਰ ਚੀਜ਼ ਨਾਲ ਜੋੜ ਰਹੇ ਨੇ ਜਾਂ ਫਿਰ ਹੁਣ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਮੈਂ ਹੈਰਾਨ ਹੈ ਕਿ ਹਾਂ ਵੀ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਕਿੱਦਾਂ ਦੇ ਇਨਸਾਨ ਨੇ। ਉਹ ਗੁਜਰਾਤ ਵਿੱਚ ਜਾ ਕੇ ਜੀ ਹਾਂ ਵੀ ਉੱਥੇ ਦੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਨੇ ਕਿ ਉਹਨਾਂ ਕੋਲ 1 ਮਿੰਟ ਦਾ ਸਮਾਂ ਨਹੀਂ ਕਿ ਹਾਂ ਵੀ ਉਹ ਸਿੰਘੂ ਬਾਰਡਰ ਜਾ ਕੇ ਉਹਨਾਂ ਨਾਲ ਗੱਲਬਾਤ ਕਰ ਲੈਣ, ਜਾਂ ਫਿਰ ਉਹਨਾਂ ਨੂੰ ਡਰ ਹੀ ਬੜਾ ਲੱਗ ਰਿਹਾ ਕਿ ਹਾਂ ਵੀ ਉੱਥੇ ਪਤਾ ਨਹੀਂ ਕਿਹੜਾ ਕੋਈ ਇਹੋ ਜਿਹਾ ਭਾਣਾ ਨਾ ਵਰਤ ਜਾਵੇ। ਕਿਉਂਕਿ ਚੋਰ ਕੀ ਦਾੜੀ ਮੇਂ ਤਿਨਕਾ। ਦੇਖੋ, ਇਹ ਪੂਰੀ ਦਾਲ ਜਿਹੜੀ ਪੂਰੀ ਦਾੜੀ ਹੈ ਉਹਦੇ ਵਿੱਚ ਹੀ ਤਿਨਕੇ ਆ। ਹੁਣ ਜੇ ਗੱਲ ਕਰਨੀ ਹੁੰਦੀ ਤਾਂ ਦੂਸਰੇ ਤੀਸਰੇ ਦਿਨ ਵੀ ਹੋ ਸਕਦੀ ਸੀ ਜੀ। ਹੁਣ ਸਮਾਂ ਜਿਹੜਾ ਹੈ ਬਹੁਤ ਵੱਡਾ ਹੋ ਗਿਆ। ਤੁਹਾਡੇ ਮਨਸ਼ੇ ਜਿਹੜੇ ਨੇ ਜੇ ਕਲੀਅਰ ਹੁੰਦੇ ਆ ਨਾ, ਜਾਂ ਫਿਰ ਤੁਸੀਂ ਕਹਿ ਲਓ ਕਿ ਤੁਹਾਡੇ ਕੋਲੇ ਗਲਤੀ ਹੋ ਜਾਂਦੀ ਹੈ ਔਰ ਤੁਸੀਂ ਚਾਹੁੰਦੇ ਹੋ ਕਿ ਉਹ ਗਲਤੀ ਸੁਧਾਰੀ ਜਾਵੇ, ਫਿਰ ਤੁਸੀਂ ਮਨਸ਼ੇ ਕਲੀਅਰ ਦੇ ਨਾਲ ਜਾਂਦੇ ਹੋ। ਫਿਰ ਅਸੀਂ ਗੱਲ ਵੀ ਕਰ ਸਕਦੇ ਹਾਂ ਕਿ ਉਹ ਬੰਦਾ ਜਿਹਨੂੰ ਅਸੀਂ ਬੜਾ ਐਕਟਿਵ ਬੰਦਾ ਕਹਿੰਦੇ ਆ, ਦਿੱਲੀ ਦੇ ਵਿੱਚ ਬੈਠੇ ਹੋਏ ਲੋਕਾਂ ਦੀ ਗੱਲਬਾਤ ਸੁਣਨ ਲਈ ਉਹ ਕਾਬਜ ਹੋਣਾ ਸੀ। ਜੇ ਹੁਣ ਤੁਹਾਡਾ ਮਨਸ਼ਾ ਹੀ ਗੱਲ ਸੁਣਨ ਦਾ ਨਹੀਂ ਹੈਗਾ, ਫਿਰ ਤੁਸੀਂ ਜਿੱਥੇ ਮਰਜ਼ੀ, ਚਾਹੇ ਤੁਸੀਂ ਗੁਜਰਾਤ ਦੇ ਕਸ਼ ਦੇ ਵਿੱਚ ਚਲੇ ਜਾਓ, ਚਾਹੇ ਕਿਤੇ ਹੋਰ ਚਲੇ ਜਾਓ, ਤੁਹਾਡਾ ਜਿਹੜਾ ਇੱਕ ਇੰਟੈਂਸ਼ਨ ਹੈ ਉਹ ਕਲੀਅਰ ਹੋਣ ਡਈ ਹੈ ਕਿ ਤੁਸੀਂ ਗੱਲਬਾਤ ਨਹੀਂ ਕਰਨਾ ਚਾਹੁੰਦੇ। ਕੱਲ ਜਿਹੜੀ ਉੜਦੀ ਖਬਰ ਆ ਰਹੀ ਸੀਗੀ ਕਿ ਲਗਾਤਾਰ ਉਹਨਾਂ ਨੇ 10 ਜਿਹੜੇ ਕਹਿੰਦੇ ਕਿ ਜਥੇਬੰਦੀਆਂ ਜਿਹੜੀਆਂ ਨੇ ਉਹ ਸਾਡੇ ਨਾਲ ਰਲਾ ਹੋ ਗਿਆ। ਉਹ ਜਥੇਬੰਦੀਆਂ ਇਹਨਾਂ ਦੀਆਂ ਪਲਾਂਟ ਕੀਤੀਆਂ ਹੋਈਆਂ, ਉਹਨਾਂ ਦੇ ਵਿੱਚੋਂ 2 ਤੇ ਇਹਨਾਂ ਦੇ ਜਿਹੜੇ ਵਿੰਗ ਨੇ ਉਹ ਤਾਂ ਕਲੀਅਰ ਸਭ ਨੂੰ ਪਤਾ ਹੈ ਕਿ ਉਹ RSS ਦੇ ਖੇਤੀਬਾੜੀ ਵਿੰਗ ਨੇ। ਸੋ ਉਹਨਾਂ ਦੀ ਗੱਲ ਤਾਂ ਕੀਤੀ ਜਾਣੀ ਜਿਹੜੀ ਹੈ ਉਹ ਗਲਤ ਹੀ ਹੈ। ਕੱਲ ਪੂਰਾ ਜਿਹੜਾ ਹੈ ਡਿਜੀਟਲ ਮੀਡੀਆ, ਜਿਹਨੂੰ ਅਸੀਂ ਨੈਸ਼ਨਲ ਮੀਡੀਆ ਕਹਿੰਦੇ ਹਾਂ, ਉਹਨਾਂ ਨੇ ਉਹ ਖਬਰ ਚਲਾਉਣ ਦੀ ਚੁਣੌਤੀ ਰੱਖੀ। ਔਰ ਕੋਈ ਪੁੱਛ ਰਿਹਾ ਸੀ ਕਿ ਯਾਰ ਸੱਚੀ ਸਮਝੌਤਾ ਹੋ ਗਿਆ, ਏਦਾਂ ਹੋ ਗਿਆ। ਸਮਝੌਤਾ ਜਿਹੜਾ ਹੈ ਉਹ ਬਿਲਕੁਲ ਨਹੀਂ ਹੋਇਆ। ਜਿਹੜੀਆਂ ਹਾਰਡਕੋਰ ਕਿਸਾਨ ਜਥੇਬੰਦੀਆਂ ਨੇ ਉਹ ਅਜੇ ਵੀ ਉੱਥੇ ਡਟੀਆਂ ਹੋਈਆਂ ਨੇ। ਗੱਲਬਾਤ ਲਗਾਤਾਰ ਜਾਰੀ ਹੈ ਔਰ ਸੰਘਰਸ਼ ਜਿਹੜਾ ਹੈ ਪੂਰਾ ਭਖਿਆ ਹੋਇਆ। ਕੱਲ ਦੀ ਹੜਤਾਲ ਜਿਹੜੀ ਹੈ, ਭੁੱਖ ਹੜਤਾਲ, ਉਹਨੇ ਇਹ ਕਹਿ ਦਿੱਤਾ ਕਿ ਅੱਗੋਂ ਜਿਹੜਾ ਸੰਘਰਸ਼ ਹੈ ਉਹ ਪੂਰਾ ਗਤੀਸ਼ੀਲ ਹੋਏਗਾ ਜੀ। ਕਰ ਸਭ ਦੱਸਦੀ ਆਪਣੇ ਦਰਸ਼ਕਾਂ ਨੂੰ ਕਿ ਹਾਂ ਉਹ ਜਿਹੜੇ ਕਿਸਾਨ ਜਥੇਬੰਦੀਆਂ ਨੇ, ਅੱਜ ਉਹਨਾਂ ਨੇ 2 ਮੀਟਿੰਗਾਂ ਕੀਤੀਆਂ ਨੇ ਆਪਣੀਆਂ ਸਾਰੀਆਂ, ਜਿਹੜੇ ਉਹਨਾਂ ਦੇ ਆਗੂ ਨੇ, ਐਂਡ ਅੱਗੋਂ ਕੀ ਕਰਨਾ ਹੈ, ਕੀ ਪਲੈਨਿੰਗ ਹੈ, ਉਸ ਬਾਰੇ ਜਿਹੜਾ ਵਿਚਾਰ ਚਰਚਾ ਹੈ ਉਹ ਜਾਰੀ ਹੈ। ਗੱਲ ਕਰੀਏ ਕੇਂਦਰ ਸਰਕਾਰ ਦੀ ਤਾਂ ਉਹਨਾਂ ਦਾ ਕੋਈ ਇੱਕ ਦੀਨ ਧਰਮ ਨਹੀਂ ਹੈ, ਕਿਉਂਕਿ ਇੱਕ ਮੰਤਰੀ ਆ ਕੇ ਸਾਹਮਣੇ ਆ ਕੇ ਕਹਿੰਦਾ ਕਿ ਹਾਂ ਵੀ ਜਿਹੜਾ ਇਹ ਸੰਘਰਸ਼ ਜੀ ਪਾਕਿਸਤਾਨੀ ਸਪੋਰਟ ਕਰ ਰਹੇ ਨੇ, ਖਾਲਿਸਤਾਨੀ ਸਪੋਰਟ ਕਰ ਰਹੇ ਨੇ। ਦੂਸਰੇ ਜਿਹੜੇ ਇੱਕ ਮੰਤਰੀ ਨੇ ਯੂਨੀਅਨ ਮਿਨਿਸਟਰ ਸੋਮ ਪ੍ਰਕਾਸ਼, ਉਹਨਾਂ ਨੇ ਕਿਹਾ ਕਿ ਹਾਂ ਵੀ ਅਸੀਂ ਨਹੀਂ ਕਹਿ ਰਹੇ ਇਸ ਨੂੰ ਖਾਲਿਸਤਾਨੀ ਜਿਹੜਾ ਸੰਘਰਸ਼ ਚੱਲ ਰਿਹਾ ਜਾਂ ਕੋਈ ਵੀ ਇਸ ਨੂੰ ਐਂਟੀ ਨੈਸ਼ਨਲਿਸਟ, ਅਸੀਂ ਉਸ ਨੂੰ ਨਹੀਂ ਕਹਿ ਰਹੇ। ਸੋ ਇੱਕ ਪਾਸੇ ਇੱਕ ਬੰਦਾ ਕੋਈ ਜਵਾਬ ਦੇ ਰਿਹਾ, ਕੋਈ ਕਮੈਂਟ ਕਰ ਰਿਹਾ, ਦੂਜੇ ਪਾਸੇ ਕੋਈ ਕਮੈਂਟ ਕਰ ਰਿਹਾ। ਸੋ ਲੱਗ ਨਹੀਂ ਰਿਹਾ ਕਿ ਹਾਂ ਵੀ ਇਹਨਾਂ ਦੀ ਇੱਕ ਆਵਾਜ਼ ਹੈ। ਦੇਖੋ, ਆਵਾਜ਼ ਤਾਂ ਵੈਸੇ ਵੀ ਇਹਨਾਂ ਦੀ ਇੱਕ ਕਦੇ ਵੀ ਨਹੀਂ ਹੋਈ।
ਤੁਸੀਂ ਦੇਖੋ ਜਿੱਥੇ ਜਿਹੜੇ ਨਰਿੰਦਰ ਸਿੰਘ ਤੋਮਰ ਨੇ ਉਹ ਕੋਈ ਗੱਲ ਹੋਰ ਕਰ ਜਾਂਦੇ ਨੇ, ਉਹ ਕਹਿੰਦੇ ਜੀ ਉਦੋਂ ਤੱਕ ਅਸੀਂ ਗੱਲ ਨਹੀਂ ਕਰਨੀ ਜਦੋਂ ਤੱਕ ਤੁਸੀਂ ਅਮੈਂਡਮੈਂਟ ਲਈ ਰਾਜੀ ਨਹੀਂ ਹੁੰਦੇ। ਫਿਰ ਦੂਸਰੇ ਦਿਨ ਪਤਾ ਲੱਗਦਾ ਕਿ ਉਹ ਇਹ ਕਹਿੰਦੇ ਜੀ ਅਸੀਂ ਤਾਂ ਗੱਲਬਾਤ ਨੂੰ ਤਿਆਰ ਹਾਂ। ਫਿਰ ਤੀਸਰੇ ਦਿਨ ਪਤਾ ਲੱਗਦਾ ਜੀ ਉਹ ਕਹਿੰਦੇ ਜੀ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਣਾ। ਚੌਥੇ ਦਿਨ ਫਿਰ ਉਹ ਗੱਲ ਤੋਂ ਵੀ ਉਹ ਮੁੱਕਰ ਜਾਂਦੇ ਨੇ ਜੀ। ਸੋ ਇਦਾਂ ਹੀ ਇਹਨਾਂ ਦੇ ਜਿਹੜੇ ਬਾਕੀ ਮੰਤਰੀ ਨੇ, ਹੁਣ ਅਸੀਂ ਦੇਖਿਆ ਕਿ ਜਿਹੜੇ ਇਹਨਾਂ ਦੇ ਲਾਅ ਮਿਨਿਸਟਰ ਨੇ ਰਵੀ ਸ਼ੰਕਰ ਪ੍ਰਸਾਦ, ਉਹ ਲਗਾਤਾਰ ਤੈਸ਼ ਦੇ ਵਿੱਚ ਨੇ। ਉਹਨਾਂ ਦੀਆਂ ਪ੍ਰੈਸ ਕਾਨਫਰੰਸਿਸ ਇਦਾਂ ਲੱਗਦੀਆਂ ਕਿ ਬਾਈ ਹੁਣ ਵੀ ਇਹਨਾਂ ਨੇ ਗੱਲ ਨਿਬੇੜ ਲਈ, ਹੁਣ ਵੀ ਗੱਲ ਨਿਬੇੜ ਲਈ, ਲਗਾਤਾਰ ਉਹ ਕਹਿੰਦੇ ਨੇ। ਹੁਣ ਇੱਕ ਗੱਲ ਤੁਹਾਡੀ ਤਾਂ ਬਹੁਤ ਸਹੀ ਹੈ ਕਿ ਹਾਂ ਉਹ ਖਾਲਿਸਤਾਨੀ ਨਹੀਂ ਕਹਿ ਰਹੇ, ਪਰ ਖਾਲਿਸਤਾਨੀ ਛੱਡ ਕੇ ਬਾਕੀ ਉਹ ਸਭ ਕੁਝ ਕਹਿ ਰਹੇ ਨੇ। ਵੱਖਵਾਦੀ, ਮਾਓਵਾਦੀ, ਕਮਿਊਨਿਸਟ, ਪਤਾ ਨਹੀਂ ਕੀ ਕੁਝ ਕਹਿ ਰਹੇ ਨੇ। ਸੋ ਖਾਲਿਸਤਾਨੀ ਹਲੇ ਤੱਕ ਜਿਹੜੇ ਇਹਨਾਂ ਦੇ ਥੱਲੇ ਵਾਲੇ ਲੀਡਰ ਨੇ, ਪ੍ਰੋਪੇਗੈਂਡਾ ਕਰਨ ਲਈ ਨਾ ਤੁਸੀਂ ਥੱਲੇ ਵਾਲਿਆਂ ਨੂੰ ਵਰਤਦੇ ਹੋ, ਹਲੇ ਉਹ ਥੱਲੇ ਵਾਲੇ ਲੀਡਰ ਕਹਿ ਰਹੇ ਨੇ। ਹਲੇ ਉੱਪਰ ਵਾਲੇ ਲੀਡਰ ਜਿਹੜੇ ਇਹਨਾਂ ਦੇ ਕੇਂਦਰੀ ਜਾਂ ਯੂਨੀਅਨ ਮਿਨਿਸਟਰ ਨੇ ਉਹ ਨਹੀਂ ਕਹਿ ਰਹੇ। ਬਹੁਤ ਦੇਰ ਦੂਰ ਨਹੀਂ ਜਦੋਂ ਉਹਨਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਗੱਲ ਕਰਾਂ ਅਮਿਤ ਸ਼ਾਹ ਹੋਣਾ ਦੀ, ਰਾਜਨਾਥ ਹੋਣਾ ਦੀ, ਜਾਂ ਫਿਰ ਨਰਿੰਦਰ ਸਿੰਘ ਤੋਮਰ ਦੀ, ਜਾਂ ਫਿਰ ਕੋਈ ਹੋਰ ਮਿਨਿਸਟਰ ਜਿਹੜਾ ਰਵੀ ਸ਼ੰਕਰ ਪ੍ਰਸਾਦ ਵਰਗਾ ਆ, ਕਿ ਉਹ ਨਹੀਂ ਹਲੇ ਕਹਿ ਰਿਹਾ ਜੀ। ਖੈਰ ਸਾਹਿਬ, ਗੱਲ ਕਰੀਏ ਕੇਂਦਰੀ ਮੰਤਰੀ ਜਾਵੇੜਕਰ, ਉਹਨਾਂ ਦਾ ਕਹਿਣਾ ਹੈ ਕਿ ਹਾਂ ਬਈ ਜਿਹੜਾ ਕਾਨੂੰਨ ਨੂੰ ਖਤਮ ਕਰਨਾ ਉਹ ਕੋਈ ਵਿਕਲਪ ਨਹੀਂ ਹੋਏਗਾ, ਪਰ ਹਾਂ ਜਿਹੜੀ ਸਰਕਾਰ ਹੈ ਉਹ ਗੱਲਬਾਤ ਕਰਨ ਲਈ ਤਿਆਰ ਹੈ। ਬਈ ਜੇਕਰ ਗੱਲਬਾਤ ਨਾਲ ਸਿੱਟਾ ਨਿਕਲਣਾ ਹੁੰਦਾ ਤੇ ਜਿਹੜੀਆਂ 5-6 ਮੀਟਿੰਗਾਂ ਹੋਈਆਂ ਨੇ ਉਹਦਾ ਚ ਕੋਈ ਨਤੀਜਾ ਨਿਕਲ ਕੇ ਕਿਸਾਨ ਆਪਣੇ ਘਰਾਂ ਨੂੰ ਨਾ ਮੁੜ ਜਾਂਦੇ। ਸੋ ਜਿਵੇਂ ਕਿ ਅਸੀਂ ਕਾਫੀ ਵਾਰੀ ਕਹਿ ਚੁੱਕੇ ਹਾਂ ਕਿ ਅੜੀਅਲ ਜਿਹੜਾ ਡਿਕਟੇਟਰਸ਼ਿਪ ਵਾਲਾ ਜਿਹੜਾ ਹਿਸਾਬ ਹੈ ਜੋ ਕਿ ਇਸ ਵਕਤ ਕੇਂਦਰ ਸਰਕਾਰ ਜਿਹੜਾ ਹੈ ਵਰਤ ਰਹੀ ਹੈ, ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਹਾਂ ਬਈ ਜੇਕਰ ਉਹ ਕੋਈ ਮੰਗ ਕਰ ਰਹੇ ਨੇ, ਜੇਕਰ ਕੋਈ ਉਹ ਆਪਣੇ ਹੱਕ ਸੱਚ ਦੀ ਲੜਾਈ ਲੜ ਰਹੇ ਨੇ ਤਾਂ ਕੋਈ ਕਾਰਨ ਹੋਵੇਗਾ। ਐਂਡ ਤੁਸੀਂ ਇਸ ਕਾਰਨ ਸਮਝ ਵੀ ਗਏ ਹੋ, ਤੁਸੀਂ ਤਾਂ ਵੀ ਅਗਰ ਉਸ ਨੂੰ ਅਣਸੁਣਨਾ ਕਰ ਰਹੇ ਹੋ, ਅਣਦੇਖਾ ਕਰ ਰਹੇ ਹੋ, ਤਾਂ ਤੁਸੀਂ ਮੈਂ ਕਹਾਂਗਾ ਕਿ ਇੱਕ ਨਾ ਬਸ਼ਰਮ ਜਿਹੜੀ ਹੈ ਵਰਤਈਆ ਤੁਸੀਂ ਜਿਹੜਾ ਹੈ ਉਹ ਕਰ ਰਹੇ ਹੋ। ਦੇਖੋ ਪਹਿਲੀ ਗੱਲ ਤੇ ਰੀਪੀਲਡ ਕਿਉਂ ਨਹੀਂ ਹੋਣਾ। ਇਹ ਕਿਹੜਾ ਇਹਨਾਂ ਦੇ ਮਾਮੇ ਦੇ ਘਰ ਅਸੀਂ ਕੋਈ ਪ੍ਰੋਗਰਾਮ ਰੱਖਿਆ ਵੀ ਇਹਨਾਂ ਨੇ ਕਿਹਾ ਜੀ ਅਸੀਂ ਇਸ ਦਿਨ ਪ੍ਰੋਗਰਾਮ ਕਰਨਾ ਤੇ ਅਸੀਂ ਇਸ ਦਿਨ ਹੀ ਕਰਨਾ ਹੈ ਨਾ। ਇਹ ਪ੍ਰੋਗਰਾਮ ਜਿਹੜਾ ਹੈ ਜਾਂ ਇੱਕ ਲਾਅ ਕਹਿ ਲਈਏ, ਇਹ ਲੋਕਤੰਤਰ ਦੇ ਵਿੱਚ ਸਿਰਜਿਆ ਗਿਆ। ਨਾ ਲੋਕਤੰਤਰ ਤੁਹਾਡਾ ਆ ਤੇ ਨਾ ਹੀ ਲੋਕਤੰਤਰ ਕਿਸੇ ਹੋਰ ਮੰਤਰੀ ਸ਼ੰਤਰੀ ਦਾ। ਲੋਕਤੰਤਰ ਨਿਰੋਲ ਉਹ 130 ਕਰੋੜ ਲੋਕਾਂ ਦਾ ਆ ਜਿਹੜੇ ਭਾਰਤ ਦੇ ਵਿੱਚ ਵਸਦੇ ਨੇ, ਤੇ ਉਹਨਾਂ ਦੇ ਵਿੱਚੋਂ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਹੁਣ ਗਏ ਹੋਏ ਨੇ ਉਹਨਾਂ ਦਾ ਲੋਕਤੰਤਰ ਹੈ। ਹਰਿਆਣੇ ਦੇ ਜਿਹੜੇ ਕਿਸਾਨ ਨੇ ਉਹਨਾਂ ਦਾ ਲੋਕਤੰਤਰ ਆ। ਜਦੋਂ ਕਿਤੇ ਲੋਕਤੰਤਰ ਦੇ ਵਿੱਚ ਸਾਡੇ ਨਾਲ ਧੱਕਾ ਹੋਊਗਾ ਅਸੀਂ ਖੜਾਂਗੇ, ਡਟਾਂਗੇ। ਉਹ ਗੱਲ ਵੱਖਰੀ ਕਿ ਸਰਕਾਰਾਂ ਜਿਹੜੀਆਂ ਨੇ ਉਹ ਲਗਾਤਾਰ ਗੁੰਗੀਆਂ ਬਹਿਰੀਆਂ ਤੁਸੀਂ ਜਿੱਦਾਂ ਕਹਿੰਦੇ ਹੋ ਉੱਦਾਂ ਹੋਈਆਂ ਨੇ, ਪਰ ਇਹ ਹੱਕ ਸੱਚ ਦੀ ਲੜਾਈ ਹੈ, ਪੰਜਾਬ ਦੀ ਲੜਾਈ ਹੈ। ਰਾਸ਼ਨ ਸਾਡੇ ਕੋਲ ਬਹੁਤ ਭਰਪੂਰ ਹੈ, ਅਸੀਂ ਚੜ੍ਹਦੀ ਕਲਾ ਦੇ ਵਿੱਚ ਹਾਂ। ਪਰ ਇੱਥੇ ਸਾਡੇ ਦੇਖਣ ਵਾਲਿਆਂ ਨੂੰ ਦੱਸਦੇ ਆ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜਦੋਂ ਸਰਕਾਰਾਂ ਜਿਹੜੀਆਂ ਨੇ ਲਗਾਤਾਰ ਸਾਨੂੰ ਤਾਰ-ਪੀੜੋ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਕਦੀ ਉਹ ਕਹਿੰਦੀਆਂ ਨੇ ਕਿ 10 ਜਥੇਬੰਦੀਆਂ ਮੰਨ ਗਈਆਂ ਨੇ, ਕਦੀ ਜਿਹੜਾ ਹੈ ਟਵਿੱਟਰ ਵਾਰ ਛੱਡ ਜਾਂਦੀ ਹੈ ਕੈਪਟਨ ਅਮਰਿੰਦਰ ਹੋਣਾ ਦੇ ਵਿੱਚ ਜਾਂ ਕੇਜਰੀਵਾਲ ਦੇ ਵਿੱਚ, ਕਦੇ ਜਿਹੜਾ ਹੈ ਕੋਈ ਜਿਹੜਾ ਬਲਬੀਰ ਸਿੰਘ ਰਾਜੇਵਾਲ ਨੇ ਉਹ ਆਪਣੀ ਸਟੇਟਮੈਂਟ ਕਲੀਅਰ ਕਰਦੇ ਨਜ਼ਰ ਆਉਂਦੇ ਨੇ। ਇੱਥੇ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜਾ ਹੈ ਹੱਲੇ ਇਕਜੁੱਟ ਹੋ ਕੇ ਬਿਨਾਂ ਨੈਸ਼ਨਲ ਮੀਡੀਆ ਨੂੰ ਦੇਖੇ ਅਸੀਂ ਆਪਣੇ ਆਪ ਨੂੰ IT ਸੈੱਲ ਬਣਾ ਕੇ ਟਵਿੱਟਰ ਦੇ ਉੱਤੇ ਜਾਈਏ, ਇੰਸਟਾਗ੍ਰਾਮ ਦੇ ਉੱਤੇ ਜਾਈਏ, ਫੇਸਬੁੱਕ ਤੇ ਜਾਈਏ ਔਰ ਕਿਸਾਨਾਂ ਦਾ IT ਸੈੱਲ ਬਣੀਏ ਔਰ ਇੱਦਾਂ ਦੀਆਂ ਅਫਵਾਹਾਂ ਜਿਹੜੀਆਂ ਨੇ ਉਹਨਾਂ ਨੂੰ ਕਾਬਜ਼ ਨਾ ਹੋਣ ਦਈਏ ਜੀ। ਖੈਰ ਸਾਹਿਬ, ਇੱਕ ਹੋਰ ਬਸ਼ਰਮੀ ਵਾਲੀ ਗੱਲ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਕਿ ਹਾਂ ਬਈ ਕਿਹਾ ਜਾ ਰਿਹਾ ਕੇਂਦਰ ਸਰਕਾਰ ਵੱਲੋਂ ਕਿ ਇਸ ਵਾਰ ਜਿਹੜਾ ਹੈ ਸਰਦ ਰੁੱਤ ਦਾ ਜਿਹੜਾ ਇਜਲਾਸ ਹੈ ਉਹ ਨਹੀਂ ਹੋਵੇਗਾ। ਹਵਾਲਾ ਦਿੱਤਾ ਜਾ ਰਿਹਾ ਕਿ ਹਾਂ ਵੀ ਕਰੋਨਾ ਵਾਇਰਸ ਦੇ ਕੇਸ ਬੜੇ ਵੱਧਦੇ ਜਾ ਰਹੇ ਨੇ, ਜੋ ਕਿ ਸਾਫ਼ ਝੂਠੀ ਗੱਲ ਹੈ। ਐਂਡ ਬੜੀ ਚੰਗੀ ਗੱਲ ਵੈਸੇ ਤਾਂ ਕਿ ਹਾਂ ਵੀ ਜਿਹੜੇ ਕੇਸ ਨੇ ਉਹ ਘਟਦੇ ਆ ਰਹੇ ਨੇ, ਬੜੇ ਘਟ ਰਹੇ ਨੇ, 20-25,000 ਕੇਸ ਜਿਹੜੇ ਆ ਰਹੇ ਨੇ। ਸੇਮ ਟਾਈਮ ਤੇ ਕਰੋਨਾ ਵਾਇਰਸ ਦਾ ਜਿਹੜਾ ਹਵਾਲਾ ਦਿੱਤਾ ਜਾ ਰਿਹਾ, ਪਰ ਅਸਲ ਦੇ ਵਿੱਚ ਜਿਹੜੀ ਗੱਲ ਇਹ ਹੈ ਕਿ ਉਹਨਾਂ ਨੂੰ ਡਰ ਹੈ ਕਿ ਹਾਂ ਵੀ ਜਦੋਂ ਅਸੀਂ ਸਰਦ ਰੁੱਤ ਦਾ ਜਿਹੜਾ ਇਜਲਾਸ ਬੁਲਾਵਾਂਗੇ, ਓਪੋਜੀਸ਼ਨ ਆ ਕੇ ਬੈਠਣਗੇ, ਹੰਗਾਮਾ ਹੋਏਗਾ, ਉਹਨਾਂ ਦੀ ਥੂ ਹੋਏਗੀ, ਲੋਕੀ ਉਹਨਾਂ ਨੂੰ ਜਿਹੜੇ ਮੰਤਰੀ ਨੇ ਅਲੱਗ-ਅਲੱਗ ਪਾਰਟੀਆਂ ਦੇ ਜਿਹੜੇ ਵਿਰੋਧੀ ਪਾਰਟੀਆਂ ਦੇ ਨੇ ਉਹ ਆ ਕੇ ਉਹਨਾਂ ਨੂੰ ਸਵਾਲ ਚੁੱਕਣਗੇ। ਸੋ ਹਾਈਪ ਬਣੇਗੀ, ਕਾਫੀ ਕੁਝ ਬਣੇਗਾ, ਉਹਨਾਂ ਨੂੰ ਜਵਾਬ ਦੇਣਾ ਪੈਣਾ। ਸੋ ਕਿੰਨੀ ਦੇਰ ਉਹ ਨਹੀਂ ਕਰਨਗੇ। ਗੱਲ ਤੇ ਪਤਾ ਇਹੀ ਆ ਕਿ ਇਹ ਜਦੋਂ ਦੀ ਸਰਕਾਰ ਆ ਰਹੀ ਹੈ ਇਹ ਲੋਕਾਂ ਤੋਂ ਭੱਜਦੀ ਆ। ਚੌਥਾ ਸਤੰਭ ਜਿਹੜਾ ਹੈ ਅਸੀਂ ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਕੇ ਹਟੇ ਹਾਂ ਕਿ ਡੈਮੋਕ੍ਰੇਸੀ ਦਾ ਚੌਥਾ ਸਤੰਭ ਜਿਹੜਾ ਹੈ ਮੀਡੀਆ ਆ। ਮੀਡੀਆ ਤੋਂ ਲਗਾਤਾਰ ਭੱਜ ਰਹੇ ਨੇ ਮੰਤਰੀ ਸ਼ੰਤਰੀ, ਜਾਂ ਇਹ ਕਹਿ ਲਓ ਕਿ ਇਹਨਾਂ ਦਾ ਜਿਹੜਾ ਮੁੱਖ ਹੈ ਮੋਦੀ ਸਾਹਿਬ ਹੁਣੀ, ਉਹਨਾਂ ਨੂੰ ਇਦਾਂ ਲੱਗਦਾ ਕਿ ਜੇ ਉਹਨਾਂ ਨੂੰ ਸਕ੍ਰਿਪਟ ਮਿਲ ਗਈ ਤਾਂ ਬਹੁਤ ਚੰਗਾ ਬੋਲ ਲੈਂਦੇ ਨੇ, ਜਦੋਂ ਸਕ੍ਰਿਪਟ ਨਹੀਂ ਮਿਲਦੀ ਤਾਂ ਫਿਰ ਉਹ ਬੋਲਦੇ ਹੀ ਨਹੀਂ ਹੈਗੇ। ਸੋ ਕਿਤੇ ਨਾ ਕਿਤੇ ਉਹਨਾਂ ਦੇ ਆਪਣੇ ਪੁਆਇੰਟ ਜਿਹੜੇ ਨੇ ਉਹ ਹੈ ਨਹੀਂ ਗਏ। ਸਾਨੂੰ ਸ਼ੁਰੂ 'ਚ ਲੱਗਿਆ ਸੀ ਕਿ ਬਈ ਬੜਾ ਰੈਵੋਲੂਸ਼ਨਰੀ ਬੰਦਾ ਆ, ਬਿਨਾਂ ਦੇਖੇ ਬੋਲਦਾ ਆ। ਬਾਅਦ ਵਿੱਚ ਪਤਾ ਲੱਗਾ ਵੀ ਭਾਈ ਉਹ ਦੇਖੇ ਬਿਨਾਂ ਨਹੀਂ, ਉਹਦੇ 4-5 ਪਾਸੇ ਸਕਰੀਨਾਂ ਲੱਗੀਆਂ ਹੁੰਦੀਆਂ, ਜਿੱਦਾਂ ਨੂੰ ਮੂੰਹ ਘੁਮਾਉਂਦਾ ਆ ਉਧਰ ਹੀ ਉਹ ਸਕਰੀਨ ਦੇਖ ਕੇ ਬੋਲਣਾ ਸ਼ੁਰੂ ਕਰ ਦਿੰਦਾ। ਦੂਸਰੇ ਬੰਨੇ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੇ ਵਿੰਟਰ ਸੈਸ਼ਨ ਜਿਹੜਾ ਹੈ ਉਹ ਨਹੀਂ ਬੁਲਾਇਆ। ਵਿੰਟਰ ਸੈਸ਼ਨ ਇਹਨਾਂ ਨੇ ਬੁਲਾਉਣਾ ਵੀ ਕਿਹੜੇ ਮੂੰਹ ਦੇ ਨਾਲ ਆ, ਕਿਉਂਕਿ ਅਸੀਂ ਇਸ ਟਾਈਮ ਜਿਹੜਾ ਹੈ ਇਸ ਜਿਹੜਾ ਅੰਦੋਲਨ ਹੈ ਇਹਨੇ ਵਿਰੋਧੀ ਧਿਰਾਂ ਨੂੰ ਵੀ ਬਹੁਤ ਲਾਂਤੀਆਂ ਪਾਈਆਂ ਵੀ ਭਾਈ ਤੁਸੀਂ ਤਾਂ ਸੁੱਤੇ ਰਹਿੰਦੇ ਹੋ। ਸਰਕਾਰਾਂ ਚਾਹੇ ਜੋ ਮਰਜ਼ੀ ਕਰਦੀਆਂ ਰਹਿਣ, ਮੈਂਡੇਟ ਜਿੱਦਾਂ ਦਾ ਮਰਜ਼ੀ ਉਹਨਾਂ ਨੂੰ ਮਿਲਿਆ ਹੋਵੇ, ਪਰ ਵਿਰੋਧੀ ਧਿਰ ਜਿਹੜਾ ਹੈ ਉਹਦਾ ਕੰਮ ਹੈ ਰੌਲਾ ਪਾਉਣਾ ਜੇ ਕੁਝ ਸਹੀ ਨਹੀਂ ਹੋ ਰਿਹਾ। ਤੁਸੀਂ ਤਾਂ ਰੌਲਾ ਪਾਇਆ ਹੀ ਨਹੀਂ, ਹੈ ਨਾ। ਚਾਹੇ ਉਹ ਸਾਡੀ ਬੀਬੀ ਹਰਸਿਮਰਤ ਕੌਰ ਬਾਦਲ ਹੋਵੇ ਜਿਨ੍ਹਾਂ ਨੂੰ ਸੈਂਟਰ 'ਚ ਵਜ਼ਾਰਤ ਮਿਲੀ ਹੋਵੇ, ਉਹਨਾਂ ਨੇ ਤਾਂ ਆਪਣਿਆਂ ਦੇ ਨਾਲ ਹੀ ਧੋਖਾ ਕਰ ਲਿਆ, ਹੈ ਨਾ। ਇਦੋਂ ਵੱਡੀ ਗੱਲ ਕਿਹੜੀ ਹੋ ਸਕਦੀ ਹੈ ਕਿ ਪੰਜਾਬ ਦੇ ਤੁਸੀਂ ਸਾਰੀ ਉਮਰ ਪੰਜਾਬ ਦਾ ਖਾਧਾ, ਤੁਹਾਨੂੰ ਐਡੀਆਂ ਦੌਲਤਾਂ, ਸ਼ੋਹਰਤਾਂ, ਆਰਾਮ,
ਇਨਾਮ ਮਿਲਿਆ ਹੋਇਆ ਹੈ, ਤੁਸੀਂ ਪੰਜਾਬ ਦੀ ਜਿਹੜੀ ਥਾਲੀ ਹੈ ਉਹਦੇ ਵਿੱਚ ਸ਼ੇਕ ਕਰਨ ਨੂੰ ਫਿਰਦੇ ਹੋ। ਸੋ ਖੈਰ ਸਾਹਿਬ, ਜਿਹੜੀ ਹਰਸਿਮਰਤ ਕੌਰ ਬਾਦਲ ਹੈ, ਕੀ ਵੈਸੇ ਇਹਨਾਂ ਦਾ ਸ਼ਾਇਦ ਮੈਂ ਭੁੱਲ ਗਿਆ ਹੋਵਾਂ, ਤੁਹਾਡੇ ਕੋਲੋਂ ਪੁੱਛ ਲੈਣਾ ਕਿ ਹਾਂ ਵੀ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਕਿ ਉਹਨਾਂ ਵਿੱਚ ਉਹਨਾਂ ਦੀ ਕੋਈ ਐਕਟਿਵ ਸ਼ਮੂਲੀਅਤ ਹੈ ਜਾਂ ਫਿਰ ਸਿਰਫ ਜਿਹੜੀ ਲਾਸਟ ਇਹਨਾਂ ਨੇ ਜਿਹੜਾ ਆਪਣਾ ਅਸਤੀਫਾ ਦਿੱਤਾ ਸੀਗਾ ਸਿਰਫ ਉਹੀ ਸੀਗਾ? ਮੋਟੇ ਤੌਰ ਤੇ ਦੇਖਿਆ ਜਾਵੇ ਤਾਂ ਮੋਹਿਤ ਜੀ ਹਜੇ ਤੱਕ ਇਹਨਾਂ ਦਾ ਕੋਈ ਐਕਟਿਵ ਤਰੀਕਾ ਦਾ ਜਿਹੜਾ ਆਪਾਂ ਤੁਸੀਂ ਕਹਿੰਦੇ ਹੋ ਕਿ ਸਰਗਰਮ ਜਿਹੜਾ ਹੈ ਉਹ ਕਦੀ ਕੋਈ ਜਵਾਬ ਨਹੀਂ ਹੋਣਾ ਆ। ਜਿਹੜਾ ਕੱਲ ਸ਼ਤਾਬਦੀ ਸਮਾਗਮ ਸੀ ਇਹਨਾਂ ਦੀ ਪਾਰਟੀ ਦਾ, ਉਦੋਂ ਇਹ ਬੈਠੇ ਨੇ, ਉਦੋਂ ਵੀ ਸ਼ਾਇਦ ਅਸੀਂ ਸੋਚਦੇ ਕਿ ਹਰਸਿਮਰਤ ਕੌਰ ਬਾਦਲ ਜਿਹੜੀ ਆ ਉਹ ਇੱਕ ਬਹੁਤ ਵੱਡਾ ਜਵਾਬ ਦੇਗੀ, ਉਦੋਂ ਵੀ ਕੋਈ ਆਨੇ। ਸੁਖਬੀਰ ਬਾਦਲ ਹੋਣਾ ਨੇ ਲਗਾਤਾਰ ਜਿਹੜੇ ਨੇ ਪਿੱਛੇ ਜੇ ਸਵਾਲ ਜਵਾਬ ਕੀਤੇ ਨੇ, ਗੱਲਾਂ ਕੀਤੀਆਂ ਨੇ, ਪਰ ਕਿਤੇ ਨਾ ਕਿਤੇ ਪਤਾ ਸੀਗਾ ਕਿ ਸੁਖਬੀਰ ਬਾਦਲ ਹੋਣਾ ਦੀਆਂ ਗੱਲਾਂ ਦਾ ਵੀ ਕੋਈ ਸਿਰ ਪੈਰ ਨਹੀਂ ਹੈ। ਤੁਸੀਂ ਉਹੀ ਲੋਕ ਹੋ ਜਿਹੜੇ ਲਗਾਤਾਰ ਸਮਝਾਉਂਦੇ ਆਏ ਵੀ ਭਾਈ ਨਹੀਂ ਇਹ ਤਾਂ ਤੁਹਾਡੇ ਹੱਕ ਦੇ ਵਿੱਚ ਹੈ। ਪਹਿਲਾਂ ਇਹ ਆਪ ਆਏ ਮੀਆਂ ਬੀਬੀ, ਫਿਰ ਇਹਨਾਂ ਨੇ ਵੱਡੇ ਬਾਦਲ ਸਾਹਿਬ ਲਿਆਂਦੇ ਕਿ ਬਈ ਸਾਡੀ ਤੇ ਕੋਈ ਸੁਣਦਾ ਨਹੀਂ, ਤੁਸੀਂ ਜਾ ਕੇ ਸਮਝਾ ਲਓ ਕਿ ਸਾਡੇ ਤੇ ਪ੍ਰੈਸ਼ਰ ਆ ਕੇਂਦਰ ਦਾ, ਕਿਉਂਕਿ ਕੇਂਦਰ ਦੇ ਬਣ ਕੇ ਆਏ ਸੀ ਰਾਜਦੂਤ ਇਹ। ਤੇ ਤੁਸੀਂ ਦੇਖੋ ਇਹਨਾਂ ਗੱਲਾਂ ਦਾ ਕੋਈ ਜਿਹੜਾ ਹੈ ਐਵੇਂ ਤੇ ਨਹੀਂ, ਲੋਕ ਜਿਹੜੇ ਨੇ ਹੁਣ ਅੰਨੇ ਨਹੀਂ ਰਹਿ ਗਏ, ਕਿਉਂਕਿ ਅੱਜ ਦਾ ਯੁੱਗ ਜਿਹੜਾ ਹੈ ਉਹ ਡਿਜੀਟਲ ਮੀਡੀਆ ਦਾ ਯੁੱਗ ਹੈ। ਔਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਪੰਜਾਬ ਨੂੰ ਘਾਣ ਕੀਤਾ ਹੈ, ਪੰਜਾਬ ਦੀ ਜਿਹੜੀ ਜ਼ਮੀਨ ਹੈ ਉਹਦੇ ਤੋਂ ਹੀ ਖਾਧਾ ਤੇ ਉਹਨੂੰ ਹੀ ਇਹ ਹੁਣ ਜਿਹੜਾ ਹੈ ਸਾਣ ਲਾਉਣ ਨੂੰ ਫਿਰਦੇ ਨੇ। ਖੈਰ ਸਾਹਿਬ, ਅਸੀਂ ਗੱਲ ਕਰਦੇ ਹਾਂ ਓਪੋਜੀਸ਼ਨ ਦੀ, ਤਾਂ ਜਿਵੇਂ ਕੱਲ ਜਿਹੜੇ ਨੇ ਸਾਡੇ ਸਾਰੇ ਕਿਸਾਨ ਜਿਹੜੇ ਨੇ ਉਹ ਭੁੱਖ ਹੜਤਾਲ ਤੇ ਬੈਠੇ ਸੀਗੇ ਐਂਡ ਸਾਰੀ ਓਪੋਜੀਸ਼ਨ ਨੇ ਉਸ ਗੱਲ ਦੀ ਹਮਾਇਤ ਕੀਤੀ ਹੈ, ਠੀਕ ਹੈ, ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ, ਉਹ ਵੀ ਆਪਣੀ ਭੁੱਖ ਹੜਤਾਲ ਦੇ ਵਿੱਚ ਸ਼ਾਮਲ ਹੋਏ ਨੇ। ਸੋ ਮੈਂ ਪੁੱਛਦਾ ਹਾਂ ਕਿ ਹਾਂ ਵੀ ਅਕਾਲੀ ਦਲ ਵਾਲੇ ਕਿਉਂ ਨਹੀਂ ਸ਼ਾਮਲ ਹੋਏ? ਨਾ ਉਹਨਾਂ ਦਾ ਕੋਈ ਬਿਆਨ ਆਉਂਦਾ ਕਿ ਹਾਂ ਵੀ ਅਸੀਂ ਵੀ ਇਸ ਭੁੱਖ ਹੜਤਾਲ ਵਿੱਚ ਸ਼ਾਮਲ ਹੋਵਾਂਗੇ। ਈਵਨ ਉਹ ਤਾਂ ਇੱਕ ਵਾਰੀ ਵੀ ਸਿੰਘੂ ਬਾਰਡਰ ਨਹੀਂ ਜਾ ਕੇ ਗਏ। ਈਵਨ ਜਿਹੜੇ ਆਪਣੇ ਜਿਹੜੇ ਦੂਸਰੇ ਨੇ ਆਮ ਆਦਮੀ ਪਾਰਟੀ ਦੇ ਉਹ ਗਏ ਨੇ, ਕਾਂਗਰਸ ਦੇ ਜਿਹੜੇ ਹੋਰ ਜਿਹੜੇ ਲੀਡਰ ਨੇ ਉਹ ਚਾਹੇ ਟਿਕਰੀ ਬਾਰਡਰ ਤੱਕ ਗਏ ਨੇ, ਪਰ ਉਹ ਫਿਰ ਵੀ ਗਏ ਨੇ। ਉਹਨਾਂ ਨੇ ਓਪੋਜੀਸ਼ਨ ਦਾ ਇੱਕ ਮੈਂ ਕਹਿੰਦਾ ਇੱਕ ਰੋਲ ਅਦਾ ਕੀਤਾ। ਪਰ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ, ਬਿਨਾਂ ਅਸਤੀਫਾ ਦੇ ਤੋਂ ਇਲਾਵਾ ਉਹਨਾਂ ਨੇ ਕੋਈ ਹੋਰ ਜਿਹੜੀ ਸਰਗਰਮ ਐਕਟੀਵਿਟੀ ਜਿਹੜੀ ਹੈ ਉਹ ਨਹੀਂ ਕੀਤੀ। ਲੱਗ ਰਿਹਾ ਕਿ ਹਲੇ ਉੱਪਰੋਂ ਭਾਵੇਂ ਜਿਹੜਾ ਰਿਸ਼ਤਾ ਤੋੜ ਦਿੱਤਾ ਹੈ ਬੀਜੇਪੀ ਦੇ ਨਾਲ, ਪਰ ਅੰਦਰੋਂ ਜਿਹੜੀ ਕੁੰਡੀ ਹੈ ਉਹ ਹਲੇ ਵੀ ਉਧਰ ਫਸੀ ਹੋਈ ਹੈ। ਦੇਖੋ ਕੁੰਡੀਆਂ ਇਹਨਾਂ ਦੀਆਂ ਲਗਾਤਾਰ ਉੱਥੇ ਹੀ ਜਪਦੀਆਂ ਨੇ ਲਗਾਤਾਰ। ਜੇ ਇਹ ਗੱਲ ਪਹਿਲੀ ਗੱਲ ਤੇ ਹੋਣੀ ਨਹੀਂ ਸੀ ਜੇ ਹਰਸਿਮਰਤ ਕੌਰ ਬਾਦਲ ਹੋਣੀ ਉਦੋਂ ਇੰਨੇ ਐਕਟਿਵ ਹੁੰਦੇ। ਫਿਰ ਦੇਖੋ ਹੁਣ ਇਹ ਅਜੇ ਤੱਕ ਜਿਹੜਾ ਹੈ ਕੱਲ ਇਹ ਸੋਸ਼ਾ ਕਰਨ ਲਈ ਬੈਠੇ ਆ। ਕੱਲ ਇਹਨਾਂ ਨੂੰ ਪੁੱਛਿਆ ਵੀ ਭਾਈ ਤੁਸੀਂ ਉੱਥੇ ਕਾਹਤੋਂ ਨਹੀਂ ਜਾਂਦੇ? ਕਹਿੰਦੇ ਜੀ ਅਸੀਂ ਉੱਥੇ ਇਹ ਨਹੀਂ ਜਾਂਦੇ। ਫਿਰ ਉਹ ਕਹਿਣਗੇ ਪੋਲੀਟੀਕਲ ਨੇਤੇ ਆ ਗਏ, ਹਨਾ। ਜੇ ਪੋਲੀਟੀਕਲ ਨੇਤਾ ਨਹੀਂ ਤੁਸੀਂ ਉਵੇਂ ਬਣ ਕੇ ਚਲੇ ਜਾਓ। ਤੁਸੀਂ ਨਹੀਂ ਜਾ ਰਹੇ, ਤੁਹਾਡੇ ਹੋਰ ਬਹੁਤ ਸਾਰੇ ਲੀਡਰ ਨੇ, ਤੁਸੀਂ ਉਹਨਾਂ ਨਾਲ ਗੱਲ ਕਰੋ ਵੀ ਉਹ ਜਾਣ। ਜੇ ਉੱਥੇ ਨਹੀਂ ਜਾਣਾ ਤੇ ਤੁਸੀਂ ਅੱਜ ਹੀ ਕਾਹਤੋਂ ਫਿਰ ਧਰਨਾ ਲਾਇਆ? ਧਰਨੇ ਤਾਂ ਬੜੇ ਦਿਨ ਦੇ ਤੁਹਾਨੂੰ ਪੰਜਾਬ 'ਚ ਲਾਉਣੇ ਚਾਹੀਦੇ ਸੀਗੇ, ਉਦੋਂ ਕਿਉਂ ਨਹੀਂ ਤੁਸੀਂ ਮੰਨੇ? ਸੋ ਗੱਲ ਕਿਤੇ ਨਾ ਕਿਤੇ ਮੋਹਿਤ ਜੀ ਇੰਟੈਂਸ਼ਨ ਦੀ ਆ। ਮੈਂ ਬਾਰ-ਬਾਰ ਕਹਿੰਦਾ ਕਿ ਇਹ ਉਹ ਲੋਕ ਨੇ ਆਪਣਿਆਂ ਨੇ ਪੰਜਾਬ ਨੂੰ ਖਾਧਾ ਆ, ਕਿਸੇ ਹੋਰ ਨੇ ਪੰਜਾਬ ਨੂੰ ਜਿਹੜਾ ਹੈ ਕਦੇ ਜਿਹੜਾ ਹੈ ਕੁਝ ਨੁਕਸਾਨ ਪਹੁੰਚਾਉਣਾ ਜਾਂ ਦੂਰ ਦੀ ਗੱਲ ਹੈ। ਤੁਹਾਡੇ ਆਪਣੇ ਜਦੋਂ ਰਲ ਜਾਣ ਨਾ ਉਦੋਂ ਗਏ। 1920 ਦੇ ਵਿੱਚ ਜਦੋਂ ਇਹ ਸ਼੍ਰੋਮਣੀ ਅਕਾਲੀ ਦਲ ਬਣੀ ਸੀ, ਇੰਨੀ ਸੋਹਣੀ ਤਰਜ਼ ਤੇ ਬਣੀ ਸੀਗੀ, ਇੰਨਾ ਸੋਹਣਾ ਕੰਮ ਹੋਇਆ। ਗੁਰਦੁਆਰਾ ਸੁਧਾਰ ਲਹਿਰ, ਗਦਰ ਪਾਰਟੀ ਲਹਿਰ ਜਿਹੜੀ ਹੈ, ਮਤਲਬ ਇੰਨਾ ਪਗੜੀ ਸੰਭਾਲ ਜੱਟਾ ਲਹਿਰ ਜਿਹੜੀਆਂ ਇਹਨਾਂ ਦੇ ਨਾਲ ਚੱਲੀਆਂ। ਪਰ ਉਸ ਤੋਂ ਬਾਅਦ ਦੇਖਿਆ ਜਾਵੇ ਕਿ ਜਿਹੜੇ ਮੌਜੂਦਾ ਨੇਤਾ ਨੇ, ਜਿਹਨਾਂ ਨੂੰ ਹੁਣ ਸੁਖਬੀਰ ਬਾਦਲ ਆਪਾਂ ਕਹਿ ਲਈਏ, ਉਹਨਾਂ ਨੇ ਜਾਂ ਜਿਹੜੇ ਬਾਦਲ ਸਾਹਿਬ ਵੱਡੇ ਨੇ ਉਹਨਾਂ ਦੀ ਗੱਲ ਕਰ ਲਈਏ, ਇਹਨਾਂ ਨੇ ਕਿਤੇ ਨਾ ਕਿਤੇ ਕਾਰਪੋਰੇਟ ਵਾਲਿਆਂ ਦੀ ਤੂਤੀ ਬੋਲਣੀ ਸ਼ੁਰੂ ਕਰ ਦਿੱਤੀ, ਆਪਣੇ ਲਈ ਸਰਮਾਇਆ ਜੋੜਨਾ ਸ਼ੁਰੂ ਕਰ ਦਿੱਤਾ। ਨਾ ਤੇ ਇਹਨਾਂ ਨੇ SGPC ਸੋਚੀ ਛੱਡੀ ਤੇ ਨਾ ਹੀ ਇਹਨਾਂ ਦੀ ਪਾਰਟੀ ਜਿਹੜੀ ਹੈ ਉਹ ਉਹਨਾਂ ਮੰਸ਼ਾਂ ਦੇ ਉੱਤੇ ਕੰਮ ਕਰਦੀ ਰਹੀ ਜਿਨ੍ਹਾਂ ਮੰਸ਼ਾਂ ਦੇ ਨਾਲ ਉਹ ਬਣੀ ਸੀਗੀ। ਜੀ ਖੈਰ ਸਾਹਿਬ, ਹੁਣ ਇੱਕ ਹੋਰ ਜ਼ਰੂਰੀ ਗੱਲ ਕਰ ਲਈਏ ਕਿ ਜਿਵੇਂ ਕਿ ਸਾਨੂੰ ਪਤਾ ਹੈ ਕਿ ਹਾਂ ਵੀ ਜਿਹੜਾ ਅੱਧਾ ਮਹੀਨਾ ਜਿਹੜਾ ਦਸੰਬਰ ਦਾ ਉਹ ਹੋ ਚੁੱਕਿਆ ਹੈ ਐਂਡ ਜਿਹੜੀ ਠੰਡ ਹੈ ਉਹ ਹਰ ਦਿਨ ਵੱਧਦੀ ਜਾ ਰਹੀ ਹੈ। ਸੋ ਅੱਜ ਦਿੱਲੀ ਦੇ ਵਿੱਚ ਸਭ ਤੋਂ ਨਿਊਨਤਮ, ਸਭ ਤੋਂ ਘੱਟ ਜਿਹੜਾ ਹੈ ਟੈਂਪਰੇਚਰ ਨੋਟ ਕੀਤਾ ਗਿਆ 4 ਡਿਗਰੀ ਐਂਡ 4 ਡਿਗਰੀ ਟੈਂਪਰੇਚਰ ਦੇ ਵਿੱਚ। ਦੋਸਤੋ ਤੁਹਾਨੂੰ ਵੀ ਪਤਾ ਹੈ ਕਿ ਹਾਂ ਵੀ ਤੁਹਾਨੂੰ ਕੀ ਚਾਹੀਦਾ ਹੈ। ਤੁਹਾਡੇ ਜਿਹੜੇ ਸਿਰ ਨੇ ਢੱਕੇ ਹੋਣੇ ਚਾਹੀਦੇ ਨੇ, ਟੋਪੀ ਜਾਂ ਫਿਰ ਜਿਹੜੇ ਮਫਲਰ ਜਾਂ ਜਿਹੜੀ ਸ਼ਾਲ ਹੈ, ਲੋਈ ਹੈ, ਬਥੇਰਾ ਕੋਈ ਤੁਹਾਡੇ ਪਾਇਆ ਹੋਣਾ ਚਾਹੀਦਾ, ਤਾਂ ਹੀ ਤੁਸੀਂ ਸਰਦੀ ਤੋਂ ਬਚ ਸਕਦੇ ਹੋ। ਜੇਕਰ ਤੁਸੀਂ ਭਾਵੇਂ ਘਰਾਂ ਵਿੱਚ ਬੈਠੇ ਹੋ ਤਾਂ ਉਹਨਾਂ ਕਿਸਾਨਾਂ ਮਜ਼ਦੂਰਾਂ ਬਾਰੇ ਸੋਚੋ ਜੋ ਕਿ ਖੁੱਲੇ ਆਸਮਾਨ ਵਿੱਚ ਬੈਠੇ ਨੇ ਐਂਡ ਸਰਸਰ ਕਰਦੀ ਜਦੋਂ ਹਵਾ ਜਦੋਂ ਕਿਤੋਂ ਵੀ ਆਉਂਦੀ ਹੈ ਤੇ ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ। 20ਵਾਂ ਦਿਨ ਹੋ ਚੁੱਕਿਆ, 20ਵਾਂ ਦਿਨ ਬੀਤ ਰਿਹਾ, ਅੱਧਾ ਦਿਨ ਬੀਤ ਚੁੱਕਿਆ। ਤਾਂ ਜਿਹੜੇ ਸਾਡੇ ਕਿਸਾਨ ਨੇ ਉਹ ਕਿਵੇਂ ਉੱਥੇ ਆਪਣਾ ਜਿਹੜਾ ਦਿਨ ਹੈ ਉਹ ਗੁਜ਼ਾਰ ਰਹੇ ਨੇ। ਕੇਂਦਰ ਸਰਕਾਰ, ਬਸ਼ਰਮ ਸਰਕਾਰ, ਜਿਹਨਾਂ ਨੂੰ ਇਹ ਸਭ ਗੱਲਾਂ ਨਜ਼ਰ ਨਹੀਂ ਆ ਰਹੀਆਂ। ਦੇਖੋ ਔਖਾ ਤਾਂ ਹੈ, ਪਰ ਇਹ ਔਖੇ ਨੂੰ ਸੌਖਾ ਕਰਨ ਲਈ ਤਾਂ ਸਾਰੇ ਪੰਜਾਬੀ ਉੱਥੇ ਡਟੇ ਹੋਏ ਨੇ। ਸਾਡਾ ਇਤਿਹਾਸ ਠੰਡੇ ਬੁਰਜ ਦੀਆਂ ਕਹਾਣੀਆਂ ਦੇ ਨਾਲ ਭਰਿਆ ਹੋਇਆ ਹੈ। ਇਸ ਕਰਕੇ ਜਦੋਂ ਵੀ ਅਸੀਂ ਕਿਤੇ ਡੋਲਣਾ ਸ਼ੁਰੂ ਕਰਦੇ ਹਾਂ ਤੇ ਇਤਿਹਾਸ ਦੇ ਵਿੱਚੋਂ ਸਿੱਖਿਆ ਲੈਂਦੇ ਹਾਂ। ਇੱਕ ਬਹੁਤ ਸੋਹਣੀ ਗੱਲ ਹੈ ਕਿ ਉੱਥੇ ਜਿਹੜੀ ਸਟੇਜ ਲੱਗੀ ਆ, ਉਹ ਸਟੇਜ ਦੇ ਉੱਤੇ ਲਗਾਤਾਰ ਸਾਡਾ ਇਤਿਹਾਸ ਜਿਹੜਾ ਹੈ ਉਹ ਪਰੋਸਿਆ ਜਾ ਰਿਹਾ। ਉਹ ਇਤਿਹਾਸ ਜਿਹੜਾ ਕਿ ਐਡਾ ਲਾਸਾਨੀ ਯੋਧਿਆਂ ਦਾ ਇਤਿਹਾਸ ਹੈ ਕਿ ਸਾਨੂੰ ਲੱਗਦਾ ਕਿ ਭਾਈ ਸਾਡਾ ਤਾਂ ਕੋਈ ਸੰਘਰਸ਼ ਹੀ ਨਹੀਂ ਹਲੇ, ਅਸੀਂ ਤਾਂ ਹਲੇ ਕਿਸੇ ਪੈੜ ਤੇ ਹੀ ਨਹੀਂ ਹੈਗੇ। ਜਦੋਂ ਅਸੀਂ ਉਹ ਛੋਟੇ-ਛੋਟੇ ਬੱਚਿਆਂ ਦੀ ਕੁਰਬਾਨੀਆਂ ਦੇਖਦੇ ਹਾਂ ਜਿਨ੍ਹਾਂ ਨੇ ਭਰ ਸਿਆਲ ਦੇ ਵਿੱਚ ਜਿਹੜਾ ਰਹਿ ਕੇ ਕੁਰਬਾਨੀਆਂ ਦਿੱਤੀਆਂ। ਸੋ ਕਿਤੇ ਨਾ ਕਿਤੇ ਘਬਰਾਉਣ ਦੀ ਕੋਈ ਗੱਲ ਨਹੀਂ। ਸਾਡਾ ਸੰਘਰਸ਼ ਜਿਹੜਾ ਹੈ ਉਹ ਇੱਦਾਂ ਹੀ ਚੱਲਦਾ ਰਹਿਣਾ। ਹਾਂ, ਮੌਸਮ ਜਿਹੜਾ ਹੈ ਉਹ ਸਾਡੇ ਜਿਹੜੇ ਬਜ਼ੁਰਗ ਸਰੀਰ ਹੈ ਉਹਨਾਂ ਦੇ ਉੱਤੇ ਤਾਂ ਆਪਣੀ ਸੱਟ ਮਾਰਦਾ ਹੀ ਆ,
ਪਰ ਸੱਟ ਮਾਰਨ ਦਾ ਮਤਲਬ ਇਹ ਨਹੀਂ ਕਿ ਸਾਡਾ ਜਿਹੜਾ ਜਿਗਰਾ ਆ ਜਾਂ ਹੌਸਲਾ ਹੈ ਉਹ ਡੋਲੂਗਾ। ਅਸੀਂ ਅਡੋਲ ਖੜੇ ਹਾਂ। ਸੋ ਖੈਰ ਸਾਹਿਬ, ਜਿਹੜਾ ਹੁਣ ਅਸੀਂ ਦੁਬਾਰਾ ਗੱਲ ਕਰਾਂਗੇ ਕਿਸਾਨੀ ਅੰਦੋਲਨ ਦੀ, ਪਰ ਇਹਨਾਂ ਦੀ ਗੱਲ ਕਰਾਂਗੇ ਇੰਟਰਨੈਸ਼ਨਲੀ। ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ, ਉਹਨਾਂ ਨੇ ਵੀ ਕਿਸਾਨਾਂ ਦੇ ਇਸ ਸੰਘਰਸ਼ ਦੀ ਹਮਾਇਤ ਕੀਤੀ ਸੀ, ਜਿਸ ਤੋਂ ਬਾਅਦ ਜਿਹੜੀ ਇੰਡੀਅਨ ਅੰਬੈਸੀ ਹੈ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਸੀਗਾ ਕਿ ਹਾਂ ਵੀ ਤੁਹਾਡਾ ਜਿਹੜਾ ਹੈ ਬੋਲਣਾ ਨਹੀਂ ਬਣਦਾ, ਤੁਹਾਡਾ ਟੌਪਿਕ ਨਹੀਂ ਹੈ, ਸਾਡੇ ਦੇਸ਼ ਦਾ ਅੰਦਰੂਨੀ ਮਾਮਲਾ ਹੈ, ਤੁਸੀਂ ਇੱਥੇ ਨਾ ਬੋਲੋ। ਜਦਕਿ ਉਸ ਤੋਂ ਬਾਅਦ ਟਰੂਡੋ ਨੇ ਫੇਰ ਕਮੈਂਟ ਕਰਕੇ ਕਿਹਾ ਸੀਗਾ, ਫੇਰ ਬੋਲਿਆ ਸੀਗਾ ਕਿ ਹਾਂ ਬਈ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜੇਕਰ ਲੋਕਤੰਤਰਕ ਆਵਾਜ਼ ਉੱਠਦੀ ਹੈ ਤੇ ਸ਼ਾਂਤਮਈ ਉੱਠਦੀ ਹੈ ਤੇ ਕੈਨੇਡਾ ਜਿਹੜਾ ਮੁਲਕ ਹੈ ਉਹਨਾਂ ਦੀ ਹਮਾਇਤ ਕਰੇਗਾ। ਜਿਸ ਤੋਂ ਬਾਅਦ ਇੱਕ ਵਾਰ ਫੇਰ ਜਿਹੜੀ ਹੁਣ ਗੱਲ ਕਰੀਏ ਤਾਂ ਫਿਰ ਜਿਹੜੇ ਭਾਰਤੀ ਜਿਹੜੇ ਰਾਜਦੂਤ ਨੇ ਉਹਨਾਂ ਨੇ ਚਿੱਠੀ ਲਿਖੀ ਹੈ ਕਿ ਹਾਂ ਵੀ ਜੇਕਰ ਤੁਸੀਂ ਚੰਗੇ ਰਿਸ਼ਤੇ ਚਾਹੁੰਦੇ ਹੋ ਭਾਰਤ ਦੇ ਨਾਲ ਤੇ ਆਪਣਾ ਜਿਹੜਾ ਮੂੰਹ ਹੈ ਉਹ ਬੰਦ ਕਰ ਲਓ, ਇਸ ਟੌਪਿਕ ਉੱਤੇ ਨਾ ਬੋਲੋ। ਯਾਨੀ ਕਿ ਕਹਿ ਸਕਦੇ ਹਾਂ ਕਿ ਹਾਂ ਵੀ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਾਂ ਵੀ ਤੁਸੀਂ ਜਿਹੜਾ ਆਪਣਾ ਹੈ ਆਪਣੀ ਜਿਹੜੀ ਦਖਲ ਅੰਦਾਜ਼ੀ ਹੈ ਸਾਡੇ ਅੰਦਰੂਨੀ ਜਿਹੜੀ ਸਾਡੀਆਂ ਗੱਲਾਂ ਬਾਤਾਂ ਨੇ, ਜਿਹੜੇ ਘਰ ਦੇ ਸਾਡੇ ਜਿਹੜੇ ਮਸਲੇ ਨੇ ਉਹਨਾਂ ਵਿੱਚ ਨਾ ਬੋਲੋ। ਮੋਹਿਤ ਜੀ, ਤੁਸੀਂ ਅਕਸਰ ਦੇਖਿਆ ਹੋਣਾ ਕਿ ਕਈ ਵਾਰ ਇੱਦਾਂ ਹੁੰਦਾ ਕਿ ਜਿਹੜੇ ਯੋਧੇ ਹੁੰਦੇ ਆ ਨਾ ਉਹ ਹੱਕ ਸੱਚ ਲਈ ਲੜਦੇ ਰਹਿੰਦੇ ਆ। ਕਈ ਵਾਰੀ ਸਾਡੇ ਦੇਖੋ ਮੁਹੱਲਿਆਂ ਦੇ ਵਿੱਚ ਲੜਾਈਆਂ ਹੋ ਜਾਂਦੀਆਂ ਨਾ, ਕੋਈ ਦਾਰੂ ਪੀ ਕੇ ਆਪਣੀ ਘਰ ਵਾਲੀ ਨੂੰ ਕੁੱਟਦਾ ਆ, ਬਹੁਤ ਕੁੱਟਦਾ, ਗੇਟ ਬੰਦ ਹੁੰਦਾ ਆ। ਅਸੀਂ ਅਕਸਰ ਗੇਟ ਖੜਕਾਉਂਦੇ ਆ ਤੇ ਕਈ ਵਾਰੀ ਉਹ ਕਹਿ ਦਿੰਦੇ ਆ ਜੀ ਇਹ ਸਾਡੇ ਘਰ ਦਾ ਮਾਮਲਾ, ਤੂੰ ਬਾਹਰ ਚਲੇ ਜਾ। ਤੇ ਜਿਹੜਾ ਯੋਧਾ ਹੁੰਦਾ ਆ ਉਹ ਬੂਹਾ ਖੜਕਾ ਕੇ ਗੇਟ ਖੋਲ ਕੇ ਨਾਲੇ ਤੋਂ ਉਹਦੀ ਫੈਂਟੀ ਲਾਉਂਦਾ ਤੇ ਫਿਰ ਉਹਨੂੰ ਦੱਸਦਾ ਵੀ ਭਾਈ ਤੇਰੇ ਘਰ ਦਾ ਮਾਮਲਾ ਨਹੀਂ ਹੈ, ਇਹ ਕਿਸੇ ਦੀ ਔਰਤ ਦੀ ਇੱਜ਼ਤ ਦਾ ਮਾਮਲਾ ਹੈ। ਹੁਣ ਗੱਲ ਉਹੀ ਆ, ਇਹ ਇੱਜ਼ਤ ਆ ਔਰ ਇਹ ਉਸ ਸੱਚ ਹੱਕ ਦੀ ਲੜਾਈ ਆ ਜਿੱਥੇ ਇਹ ਕਿਸੇ ਦੇ ਘਰ ਦਾ ਮਾਮਲਾ ਨਹੀਂ ਹੈ। ਜਦੋਂ ਤੁਸੀਂ ਗਲਤ ਲਈ ਗਲਤ ਕਹੋਗੇ ਨਾ, ਗਲਤ ਨੂੰ, ਤਾਂ ਫਿਰ ਤੁਹਾਨੂੰ ਕਦੀ ਇਹ ਲੋੜ ਸੋਚਣ ਦੀ ਨਹੀਂ ਕਿ ਉਹ ਫਲਾਣੇ ਦਾ ਮਸਲਾ, ਮੈਂ ਐਵੇਂ ਵਿੱਚ ਪੈ ਰਿਹਾ। ਜਿਹੜੀ ਚੀਜ਼ ਗਲਤ ਹੈ ਉਹ ਤੁਹਾਡੇ ਲਈ ਵੀ ਗਲਤ ਹੈ, ਕਿਸੇ ਹੋਰ ਮੁਲਕ ਲਈ ਵੀ ਗਲਤ ਹੈ, ਕਿਸੇ ਤੀਸਰੇ ਮੁਲਕ ਲਈ ਵੀ ਗਲਤ ਹੈ। ਅੰਨਦਾਤਾ ਜਿਹੜਾ ਹੈ ਉਹ ਦੇਖੋ ਇੰਪੋਰਟ ਐਕਸਪੋਰਟ ਜਿਹੜਾ ਹੈ ਇੱਕ ਕਾਰ ਵਿਹਾਰ ਹੈ। ਜੇ ਅੰਨਦਾਤੇ ਹੀ ਮੁੱਕ ਗਏ ਤਾਂ ਤੁਸੀਂ ਕਿੱਥੋਂ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਭਾਲੋਗੇ। ਸੋ ਕਿਤੇ ਨਾ ਕਿਤੇ ਇਹ ਮੁੱਦਾ ਜਿਹੜਾ ਹੈ ਸਭ ਦਾ ਹੈ। ਦੂਸਰੇ ਬੰਨੇ ਇਹ ਇਕੱਲੀ ਟਰੂਡੋ ਦੀ ਗੱਲ ਨਹੀਂ ਹੈਗੀ, ਉਹਨਾਂ ਦੇ MP ਜਿਹੜੇ ਨੇ ਉਹ ਵੀ ਹਾਊਸ ਆਫ ਕਾਮਨ ਜਿਹੜਾ ਉੱਥੇ ਦਾ ਹੈਗਾ ਉਹਦੇ ਵਿੱਚ ਲਗਾਤਾਰ ਪਟੀਸ਼ਨ ਪਾ ਰਹੇ ਨੇ, ਕਹਿ ਰਹੇ ਨੇ ਕਿ ਭਾਈ ਤੁਸੀਂ ਆਪਣੇ ਹਮਰੁਤਬਾ, ਉਹਨਾਂ ਦੇ ਫੋਰਨ ਮਿਨਿਸਟਰ ਨੂੰ ਲਿਖ ਰਹੇ ਨੇ ਕਿ ਭਾਈ ਤੁਸੀਂ ਹਮਰੁਤਬਾ ਜਿਹੜੇ ਨੇ ਰਵੀ ਸ਼ੰਕਰ ਪ੍ਰਸਾਦ ਉਹਨਾਂ ਨੂੰ ਗੱਲਾਂ ਕਰੋ ਉਹਦੇ ਨਾਲ। ਸੋ ਜਿੱਥੇ ਜਿੱਥੇ ਲੋਕੀ ਹਸਾਸ ਬੰਦੇ ਰਹਿੰਦੇ ਨੇ ਉਹਨਾਂ ਹਸਾਸ ਬੰਦਿਆਂ ਦੀ ਜਿਹੜੀ ਹੈ ਇਹ ਸੋਚਣੀ ਜ਼ਰੂਰ ਹੈ। ਹੁਣ ਤੁਸੀਂ ਗੱਲ ਕਰ ਲਓ ਕਿ ਜਦੋਂ ਠੰਡ ਜ਼ਿਆਦਾ ਹੁੰਦੀ ਹੈ ਤੇ ਸਾਡੇ ਘਰ ਦੇ ਵੀ ਇਹੀ ਗੱਲ ਕਰਦੇ ਨੇ, ਅਸੀਂ ਵੀ ਇਹੀ ਗੱਲ ਕਰਦੇ ਨੇ ਕਿ ਭਾਈ ਸਾਡੇ ਭਰਾ ਭੈਣ ਜਿਹੜੇ ਨੇ ਉਹ ਬਾਰਡਰਾਂ ਤੇ ਖੜੇ ਨੇ, ਸਾਨੂੰ ਇੱਥੇ ਠੰਡ ਲੱਗ ਰਹੀ ਆ ਤੇ ਤੁਸੀਂ ਇੱਕ ਹਸਾਸ ਹੋ। ਰਾਤ ਨੂੰ ਕਈ ਵਾਰ ਜੇ ਮੀਂਹ ਆ ਜਾਵੇ ਤਾਂ ਤੁਹਾਨੂੰ ਨੀਂਦ ਆਉਣੀ ਬੰਦ ਹੋ ਜਾਂਦੀ ਕਿ ਜੇ ਤੁਸੀਂ ਹਸਾਸ ਹੋ। ਜੇ ਤੁਸੀਂ ਹੋਏ ਬੇਸ਼ਰਮ ਫਿਰ ਤੁਸੀਂ ਚਾਹੇ ਜੋ ਮਰਜ਼ੀ ਕਰ ਲਓ, ਫਿਰ ਸ਼ਾਇਦ ਤੁਹਾਨੂੰ ਕੋਈ ਕਿਸੇ ਚੀਜ਼ ਦਾ ਅਸਰ ਨਹੀਂ ਹੋਣਾ। ਸੋ ਸਰਕਾਰਾਂ ਲਈ ਹੋਰ ਵੀ ਜਿਹੜਾ ਹੈ ਮਾੜੀ ਜਿਹੜੀ ਗੱਲਾਂ ਹੈ ਉਹ ਸਾਹਮਣੇ ਆ ਸਕਦੀਆਂ ਨੇ। ਸੋ ਉਹਨਾਂ ਨੂੰ ਚਾਹੀਦਾ ਕਿ ਹਾਂ ਵੀ ਜਲਦੀ ਤੋਂ ਜਲਦੀ ਇਸ ਗੱਲ ਉੱਪਰ ਫੈਸਲਾ ਕਰਨ ਐਂਡ ਇੱਕ ਵਧੀਆ ਫੈਸਲਾ ਆਵੇ, ਸੋ ਦੈਟ ਪੂਰੇ ਵਰਲਡ ਵਿੱਚ ਵੀ ਇੱਕ ਵਧੀਆ ਇਮੇਜ ਜਿਹੜੀ ਹੈ ਉਹਨਾਂ ਨੂੰ ਬਣਾਉਣ ਦਾ ਹਜੇ ਵੀ ਮੌਕਾ ਹੈ ਉਹਨਾਂ ਕੋਲ। ਸੋ ਫਿਲਹਾਲ ਜਿਹੜਾ ਸਮਾਂ ਹੈ ਬ੍ਰੇਕ ਦਾ ਹੋ ਚੁੱਕਾ। ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ ਪ੍ਰੋਗਰਾਮ ਦੇ ਵਿੱਚ। ਤੁਸੀਂ ਵੇਖਦੇ ਰਹੋ ਅਖਬਾਰਨਾਮਾ। ਟਰੱਕਾਂ ਵਾਲੇ ਭਰਾਵਾਂ ਲਈ ਖੁਸ਼ਖਬਰੀ। ਅਮਰੀਕਾ ਦੇ 48 ਸਟੇਟਸ ਵਿੱਚ ਚੱਲਣ ਲਈ IRP ਲਾਇਸੈਂਸ ਪਲੇਟਸ ਸੇਮ ਡੇ ਲੈਣ ਲਈ ਹਮੇਸ਼ਾ ਯਾਦ ਰੱਖੋ ਕੈਪੀਟਲ ਕਾਊਂਟਿੰਗ ਐਂਡ ਟੈਕਸ ਸਰਵਿਸਿਜ਼। ਹੁਣ ਇਸ ਤੋਂ ਇਲਾਵਾ ਇਹ ਟਰੱਕ ਵਾਲੇ ਭਰਾਵਾਂ ਨੂੰ ਫਿਊਲ ਟੈਕਸ ਰਿਟਰਨਸ, MC, ICC ਅਥਾਰਟੀ, US ਡਾਟ ਨੰਬਰ, UCR ਪਰਮਿਟਸ, BOC 3 ਫਾਈਲਿੰਗ, CA ਨੰਬਰ, MCP, EPN enrollment, BIT enrollment, NM permit, KYU number, New York HUT permit, Oregon permit, Oregon bonds, highway use tax, trailer plates, title transfer, tax exemption ਦੀਆਂ ਸੇਵਾਵਾਂ ਵੀ ਦਿੰਦੇ ਨੇ। ਇਸ ਦੇ ਨਾਲ ਹਰ ਤਰ੍ਹਾਂ ਦੀ ਟੈਕਸ ਸਰਵਿਸ ਤੇ ਪੇਰੋਲ ਸਰਵਿਸਿਜ਼ ਦੇ ਵੀ ਇਹ ਮਾਹਿਰ ਨੇ। ਅੱਜ ਹੀ ਕਾਲ ਕਰੋ ਕੁਲਦੀਪ ਸਿੰਘ ਕੰਗ ਨੂੰ 530 908 9386, 530 908 9386 ਜਾਂ ਫਿਰ ਸੇਵਾ ਸਿੰਘ ਭਿੰਡਰ ਨੂੰ 530 405 6020, 530 405 6020। ਇਹ ਵੁੱਡਲੈਂਡ ਤੇ ਯੂਬਾ ਸਿਟੀ ਤੋਂ ਤੁਹਾਨੂੰ ਸੇਵਾਵਾਂ ਦਿੰਦੇ ਨੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਅਖਬਾਰਨਾਮਾ। ਔਰ ਅਸੀਂ ਗੱਲ ਕਰ ਰਹੇ ਸੀ ਕਿਸਾਨ ਅੰਦੋਲਨ ਬਾਰੇ, ਪਰ ਹੁਣ ਜਿਹੜੀ ਗੱਲ ਹੈ ਮੈਨੂੰ ਲੱਗਦਾ ਕਿ ਕਿਸਾਨ ਅੰਦੋਲਨ ਤੋਂ ਥੋੜਾ ਹਟ ਕੇ ਵੀ ਕਰ ਲੈਣੀ ਚਾਹੀਦੀ। ਵਾਕਈ ਜੀ, ਜਿਹੜੀ ਹੁਣ ਅਸੀਂ ਪੋਲਿਟਿਕਸ ਦੀ ਗੱਲ ਕਰਾਂਗੇ ਕਿਉਂਕਿ ਇੱਕ ਵਾਰ ਫੇਰ ਹਨਾ ਜਿਹੜੀ ਆਮ ਆਦਮੀ ਪਾਰਟੀ ਹੈ ਉਸਨੂੰ ਲਾਈਮਲਾਈਟ ਵਿੱਚ ਆਉਣ ਦਾ ਮੌਕਾ ਮਿਲਿਆ ਸੀਗਾ ਐਂਡ ਉਸਨੇ ਕਿਸਾਨੀ ਅੰਦੋਲਨ ਨੂੰ ਇੱਕ ਤਰ੍ਹਾਂ ਦਾ ਯੂਜ਼ ਵੀ ਕੀਤਾ ਸੀ ਕਹਿ ਸਕਦੇ ਹਾਂ, ਕਿਉਂਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਅਜਿਹਾ ਹੀ ਕਰਦੀਆਂ ਨੇ, ਖਾਸ ਕਰਕੇ ਜਿਹੜੀ ਓਪੋਜੀਸ਼ਨ ਵਿੱਚ ਹੁੰਦੀਆਂ ਨੇ। ਸੋ ਸਾਰਿਆਂ ਨੂੰ ਪਤਾ ਹੈ ਕਿ ਹਾਂ ਵੀ ਦਿੱਲੀ ਵਿੱਚ ਜਿਹੜੀ ਕੇਜਰੀਵਾਲ ਸਰਕਾਰ ਹੈ ਉਹ 3 ਵਾਰ ਜਿੱਤ ਚੁੱਕੀ ਹੈ, 3 ਵਾਰ ਜਿਹੜੇ ਉੱਥੋਂ ਦੇ ਲੋਕ ਨੇ ਹਨਾ ਉਹਨਾਂ ਨੂੰ ਖੁਸ਼ ਕਰ ਚੁੱਕੀ ਹੈ, ਉਹਨਾਂ ਦਾ ਵਿਸ਼ਵਾਸ ਜਿੱਤ ਚੁੱਕੀ ਹੈ।
ਸੋ ਸਾਰੇ ਜਾਣਦੇ ਕਿ ਹਾਂ ਵੀ ਯੂਪੀ ਜਿਹੜਾ ਹੈ ਦਿੱਲੀ ਦੇ ਨਾਲ ਕਾਫੀ ਜੁੜਿਆ ਹੋਇਆ ਹੈ ਐਂਡ ਯੂਪੀ ਦੇ ਲੋਕ ਕਾਫੀ ਸਾਰੇ ਜਿਹੜੇ ਨੇ ਦਿੱਲੀ ਵਿੱਚ ਆ ਕੇ ਕੰਮ ਕਰਦੇ ਨੇ। ਸੋ ਉਹਨਾਂ ਨੇ ਹੁਣ ਐਲਾਨ ਕੀਤਾ ਹੈ ਕਿ ਹਾਂ ਵੀ ਉਹ ਯੂਪੀ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਇਹ ਅਗਲੇ ਸਾਲ 2022 ਦੇ ਵਿੱਚ ਉਹ ਜਿਹੜੀਆਂ ਨੇ ਉਹ ਲੜਨ ਜਾ ਰਹੀਆਂ ਨੇ। ਦੇਖੋ ਗੱਲ ਪਤਾ ਇਦਾਂ ਹੈ ਕਿ ਕਹਿੰਦੇ ਹੁੰਦੇ ਜਦੋਂ ਤੁਸੀਂ ਦੁਨੀਆ ਤੇ ਰਾਜ ਕਰਨਾ ਆ ਤਾਂ ਫਿਰ ਸਭ ਤੋਂ ਪਾਵਰਫੁਲ ਮੁਲਕ ਜਿੱਥੇ ਸਭ ਤੋਂ ਜ਼ਿਆਦਾ ਵੱਡੀ ਆਬਾਦੀ ਹੋਵੇ ਨਾ ਉੱਥੇ ਤੇ ਰਾਜ ਕਰੋ, ਬਾਕੀ ਦੁਨੀਆ ਤੇ ਤੁਹਾਡਾ ਰਾਜ ਐਂ ਹੀ ਹੋ ਜਾਊਗਾ। ਇਦਾਂ ਹੀ ਸਾਡੇ ਭਾਰਤ ਦੀ ਗੱਲ ਆਉਂਦੀ ਆ ਕਿ ਜਿਹਨੇ ਕਿਸੇ ਨੇ ਰਾਜ ਕਰਨਾ ਹੋਵੇ ਉਹਨੇ ਯੂਪੀ ਦੇ ਕਰ ਲੈਣਾ, ਕਿਉਂਕਿ ਯੂਪੀ ਦੇ ਵਿੱਚ ਸੀਟਸ ਬਹੁਤ ਨੇ, ਲੋਕੀ ਬਹੁਤ ਨੇ, 403 ਸੀਟਾਂ ਜਿਹੜੀਆਂ ਨੇ ਉੱਥੇ ਨੇ। ਇਦਾਂ ਹੀ ਆਪਾਂ ਲੋਕ ਸਭਾ ਸੀਟਾਂ ਦੀ ਗੱਲ ਕਰ ਲਈਏ ਤੇ ਤਕਰੀਬਨ 250 ਸੀਟਾਂ ਜਿਹੜੀਆਂ ਨੇ ਉੱਥੇ ਲੋਕ ਸਭਾ ਦੀਆਂ ਸੀਟਾਂ ਨੇ ਜੀ। ਸੋ ਜੇ ਤੁਸੀਂ ਕਿਤੇ ਪੰਜਾਬ ਦੇ ਉੱਤੇ ਨਹੀਂ ਭਾਰਤ ਦੇ ਪੂਰੇ ਤੇ ਰਾਜ ਕਰਨਾ ਭਾਲਦੇ ਹੋ ਨਾ, ਫਿਰ ਯੂਪੀ ਤੁਹਾਡੇ ਕੋਲੇ ਬਹੁਤ ਵੱਡਾ ਆਪਸ਼ਨ ਹੈ। ਔਰ ਇਤਿਹਾਸ ਰਿਹਾ ਹੈ, ਪਹਿਲਾਂ ਕਾਂਗਰਸ ਜਿਹੜੀ ਹੈ ਉਹ ਕਿਤੇ ਨਾ ਕਿਤੇ ਗੜ ਰਿਹਾ ਸੀਗਾ, ਜਿਹੜਾ ਯੂਪੀ ਜਿਹੜਾ ਸੀ ਉਹ ਗੜ ਰਿਹਾ ਸੀ ਕਾਂਗਰਸ ਦਾ। ਹੁਣ ਉਸ ਤੋਂ ਬਾਅਦ ਬੀਜੇਪੀ ਆਈ, ਬੀਜੇਪੀ ਨੇ ਭਗਵਾਂ ਕਰਨ ਕਰਕੇ ਇੱਕ ਉੱਥੇ ਜਿਹੜਾ ਯੋਗੀ ਬਿਠਾ ਰੱਖਿਆ ਹੈ, ਉਹ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਪ੍ਰੋਪੇਗੈਂਡਾ ਹੈ। ਯੂਪੀ ਜਿਹੜੀ ਹੈ ਇਸ ਟਾਈਮ ਬੀਜੇਪੀ ਦੇ ਕੋਲ ਆ, ਇਸ ਕਰਕੇ ਤੋਂ ਸ਼ਾਇਦ ਕਿਸੇ ਨੂੰ ਟਿਚ ਨਹੀਂ ਜਾਣਦੀ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਕੋਲੋਂ ਤਾਂ ਸਾਨੂੰ 2 ਸੀਟਾਂ ਆਉਂਦੀਆਂ ਨੇ, ਉਹ ਵੀ ਵੀਆਈਪੀ ਸੀਟਾਂ ਨੇ, ਨਾ ਵੀ ਆਈਆਂ ਤਾਂ ਪੂਰੀ ਯੂਪੀ ਸਾਡੇ ਕੋਲ ਆ, ਯੂਪੀ ਅਸੀਂ ਜਿੱਤਾਂਗੇ, ਉਸ ਤੋਂ ਬਾਅਦ ਸਾਡੇ ਕੋਲ ਕਲੀਅਰ ਮੈਂਡੇਟ ਹੈ। ਸੋ ਯੂਪੀ ਇੱਕ ਅਹਿਮ ਮੁੱਦਾ ਹੈ। ਔਰ ਦੇਖੋ ਤੁਸੀਂ ਕਹਿ ਰਹੇ ਹੋ ਕਿ ਹਰ ਕੋਈ ਜਿਹੜਾ ਪੋਲੀਟੀਕਲ ਪਾਰਟੀ ਹੈ ਉਹ ਮਾਈਲੇਜ ਲੈਂਦੀ ਆ, ਮੈਨੂੰ ਲੱਗਦਾ ਮਾਈਲੇਜ ਲੈਣੀ ਕੋਈ ਮਾੜੀ ਗੱਲ ਨਹੀਂ ਹੈਗੀ, ਕਿਉਂਕਿ ਲੋਕਤੰਤਰ ਹੈਲਦੀ ਇਦਾਂ ਹੁੰਦਾ। ਜੇ ਲੋਕਤੰਤਰ ਦੀ ਗੱਲ ਕਰੀਏ ਤਾਂ ਜੇ ਕੁਝ ਗਲਤ ਦੇ ਥਰੂ ਅਸੀਂ ਆਵਾਜ਼ ਉਠਾਉਂਦੇ ਹਾਂ ਤਾਂ ਜੇ ਗੱਲ ਹੈਗੀ ਹੈ ਤਾਂ ਪੋਪੁਲੈਰਿਟੀ ਤਾਂ ਬਣਨੀ ਹੈ। ਹੁਣ ਲਗਾਤਾਰ ਕੇਜਰੀਵਾਲ ਸਾਹਿਬ ਕਹਿ ਰਹੇ ਸੀ ਕਿ ਮੈਂ ਜਿਹੜਾ ਹੈ ਕਿਸਾਨਾਂ ਦੇ ਹਿੱਤ ਦੇ ਲਈ ਖੜਾ ਹਾਂ। ਉਹਨਾਂ ਨੇ ਕਿਹਾ, ਆਪਾਂ ਬਾਰ-ਬਾਰ ਇਹ ਸਟੇਟਮੈਂਟ ਮੈਂ ਇੱਥੇ ਦੱਸ ਰਿਹਾ ਹੁੰਦਾ ਕਿ ਉਹ ਕਹਿੰਦੇ ਸੀ ਕਿ ਜੀ ਅਸੀਂ ਸਟੇਡੀਅਮ ਜਿਹੜੇ ਨੇ ਉਹ ਜੇਲ੍ਹਾਂ ਨਹੀਂ ਬਣ ਦਿੱਤੀਆਂ। ਤਾਂ ਬਹੁਤ ਵੱਡੀ ਗੱਲ ਹੈ ਸਾਡੇ ਲਈ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਖੜਨਾ ਲਾਉਣਾ, ਇਹ ਬਹੁਤ ਵੱਡੀ ਗੱਲ ਹੈ ਮੋਹਿਤ ਜੀ। ਤੋਂ ਜੇ ਮਾਈਲੇਜ ਵੀ ਲਈ ਹੈ ਤਾਂ ਚੰਗੀ ਗੱਲ ਹੈ। ਔਰ ਮੈਨੂੰ ਲੱਗਦਾ ਕਿ ਤੀਸਰੀ ਪੋਲੀਟੀਕਲ ਪਾਰਟੀ ਜਿਹੜੀ ਆ ਆਉਣੀ ਬਹੁਤ ਜ਼ਰੂਰੀ ਹੈ, ਤਾਂ ਜੋ ਇੱਕ ਤਰੀਕੇ ਦੇ ਨਾਲ ਬਹੁਤ ਚੰਗਾ ਕੰਪੀਟੀਸ਼ਨ ਹੋਵੇ, ਹੈਲਦੀ ਕੰਪੀਟੀਸ਼ਨ ਹੋਵੇ ਔਰ ਪੂਰੇ ਭਾਰਤ ਦਾ ਵਿਕਾਸ ਹੋਵੇ। ਜੀ ਖੈਰ ਸਾਹਿਬ, ਜੇਕਰ ਗੱਲ ਕਰੀਏ ਦਿੱਲੀ ਦੀ ਤਾਂ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਕੀਤਾ ਵੀ ਬਹੁਤ ਕੁਝ ਹੈ, ਠੀਕ ਹੈ। ਉੱਥੇ ਜਿਹੜੀ ਗਲੀ ਜਿਹੜਾ ਮੁਹੱਲਾ ਕਲੀਨਿਕ ਹੈ ਉਹ ਖੋਲ੍ਹਿਆ ਹੈ, ਉੱਥੋਂ ਦੇ ਲੋਕਾਂ ਨੂੰ ਜਿਹੜੀ ਬਿਜਲੀ ਹੈ ਉਹ ਮੁਫਤ ਦਿੱਤੀ ਜਾ ਰਹੀ ਹੈ, ਪਾਣੀ ਮੁਫਤ ਦਿੱਤਾ ਜਾ ਰਿਹਾ, ਹੋਰ ਵੀ ਕਾਫੀ ਸਾਰੀ ਜਿਹੜੀ ਫੈਸਿਲਿਟੀਜ਼ ਨੇ ਉਹ ਦਿੱਲੀ ਦੇ ਲੋਕਾਂ ਨੂੰ ਮਿਲੀ ਹੈ। ਤਾਂ ਹੀ ਉਹਨਾਂ ਨੇ ਤੀਸਰੀ ਵਾਰ ਉਹਨਾਂ ਨੂੰ ਪਰਮਿਸ਼ਨ ਦਿੱਤੀ ਹੈ ਕਿ ਹਾਂ ਵੀ ਤੁਸੀਂ ਸਾਡੇ ਸੂਬੇ ਉੱਪਰ ਰਾਜ ਕਰ ਸਕੋ। ਸੋ ਸਾਰਿਆਂ ਨੂੰ ਪਤਾ ਕਿ ਹਾਂ ਵੀ ਜਿਹੜਾ ਦਿੱਲੀ ਹੈ ਉਹ ਯੂਟੀ ਵੀ ਹੈ ਨਾ, ਜਿਸ ਕਰਕੇ ਜਿਹੜੀ ਕੁਝ ਪਾਵਰਸ ਨੇ ਉਹਨਾਂ ਨੂੰ ਪੂਰੀਆਂ ਜਿਹੜੀਆਂ ਨੇ ਉਹ ਕੇਜਰੀਵਾਲ ਸਾਹਿਬ ਕੋਲ ਨਹੀਂ ਨੇ। ਸੋ ਚਾਹੁੰਦੇ ਨੇ ਕਿ ਹਾਂ ਵੀ ਯੂਪੀ ਵਿੱਚੋਂ ਇੱਕ ਵਧੀਆ ਇੱਕ ਨਵੇਂ ਸੂਬੇ ਵਿੱਚ ਆ ਕੇ ਆਪਣੀ ਪਾਵਰਸ ਵਿੱਚ ਆਣ, ਇੱਕ ਉੱਥੇ ਵੀ ਕੁਝ ਕਰਕੇ ਦਿਖਾਣ, ਤਾਂ ਜੋ ਦੇਸ਼ ਵਿੱਚ ਇੱਕ ਤੀਜੀ ਵੱਡੀ ਜਿਹੜੀ ਪੋਲੀਟੀਕਲ ਪਾਰਟੀ ਹੈ ਉਹ ਬਣ ਕੇ ਸਾਹਮਣੇ ਆਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇਦਾਰੀ ਵੀ ਉਹ ਕਰ ਸਕਦੇ ਨੇ। ਸੋ ਪੰਜਾਬ ਵਿੱਚ ਵੀ ਕਾਫੀ ਸਾਰੀ ਉਮੀਦਾਂ ਜਿਹੜੀਆਂ ਨੇ ਕੇਜਰੀਵਾਲ ਸਾਹਿਬ ਕੋਲ ਕੀਤੀਆਂ ਗਈਆਂ ਸਨ, ਪਰ ਕੁਝ ਕਾਰਨ ਵਜੋਂ ਕਹਿ ਸਕਦੇ ਕਿ ਹਾਂ ਵੀ ਲੋਕਾਂ ਨੇ ਉਹਨਾਂ ਤੋਂ ਥੋੜਾ ਮਨ ਚੁੱਕਿਆ ਗਿਆ, ਕੁਝ ਮਾਫੀਨਾਮਾ ਹੁਣ ਜਦੋਂ ਉਹਨਾਂ ਨੇ ਮੰਗਿਆ ਉਸ ਤੋਂ ਬਾਅਦ। ਪਤਾ ਗੱਲ ਕੀ ਹੈ, ਇੱਥੇ ਫੇਸ ਵੀ ਨਹੀਂ ਸੀ ਉਹਨਾਂ ਕੋਲੇ। ਪੰਜਾਬ ਦੇ ਵਿੱਚ ਦੇਖਿਆ ਜਾਵੇ ਤੇ ਫੇਸ ਕੋਈ ਨਹੀਂ ਸੀਗਾ, ਐਂਡ ਮੌਕੇ ਤੱਕ ਉਹਨਾਂ ਨੇ ਕੋਈ ਫੇਸ ਦਿਖਾਇਆ ਹੀ ਨਹੀਂ। ਸੋ ਜਦੋਂ ਸਾਡੇ ਕੋਲੇ ਚੰਗਾ ਫੇਸ ਨਾ ਹੋਵੇ ਨਾ, ਉਦੋਂ ਫਿਰ ਤੁਹਾਨੂੰ ਥੋੜਾ ਕਹਿ ਵੀ ਸਕਦੇ ਕਿ ਉਹ ਥੋੜੇ ਨਵੀਂ ਸੀਗੀ ਹਨਾ, ਪਰ ਸੇਮ ਟਾਈਮ ਤੇ ਲੋਕਾਂ 'ਚ ਉਮੀਦ ਬੜੀ ਸੀਗੀ। ਐਂਡ ਹੱਲੇ ਵੀ ਲੋਕਾਂ ਕੋਲ ਮੈਂ ਕਹਿੰਦਾ ਉਹਨਾਂ ਦੇ ਮਨ ਵਿੱਚ ਬੜੀ ਵੱਡੀ ਉਮੀਦ ਹੈ ਕਿ ਹਾਂ ਵੀ ਕੇਜਰੀਵਾਲ ਸਾਹਿਬ ਨਾ, ਕਿਉਂਕਿ ਦਿੱਲੀ ਵਿੱਚ ਤਾਂ ਬਹੁਤ ਕੁਝ ਕਰ ਰਹੇ ਨੇ, ਉਹ ਪੰਜਾਬ ਵਿੱਚ ਵੀ ਉਹ ਕੁਝ ਅਜਿਹਾ ਕਰਨ ਤੇ ਇੱਕ ਵਧੀਆ ਉਹਨਾਂ ਨੂੰ ਵਧੀਆ ਜਿਹੜਾ ਚਿਹਰਾ ਹੈ ਉਹ ਮੁੱਖ ਮੰਤਰੀ ਦੀ ਕੁਰਸੀ ਲਈ ਦਿਖੇ। ਸੋ ਕੇਜਰੀਵਾਲ ਸਰਕਾਰ ਜਿਹੜੀ ਹੈ ਉਹ ਹੁਣ ਹੋ ਸਕਦਾ ਹੈ ਕਿ ਹਾਂ ਵੀ ਯੂਪੀ ਵਿੱਚ ਸਰਗਰਮ ਹੋ ਕੇ ਉਸ ਤੋਂ ਬਾਅਦ ਸ਼ਾਇਦ ਪੰਜਾਬ ਵਿੱਚ ਵੀ ਮੈਂ ਕਹਿੰਦਾ ਉਹਨਾਂ ਨੂੰ ਵਧੀਆ ਜਿਹੜੀ ਹੈ ਹੱਲਾਸ਼ੇਰੀ ਹੈ, ਜਿਹੜੀ ਵਧੀਆ ਉਹਨਾਂ ਨੂੰ ਜਿਹੜੀ ਸੀਟਾਂ ਹੈ ਉਹ ਮਿਲ ਸਕਦੀਆਂ ਨੇ। ਦੇਖੋ ਹੈਲਦੀ ਕੰਪੀਟੀਸ਼ਨ ਦੇ ਲਈ ਅਸੀਂ ਇਹ ਕਹਿ ਲਈਏ ਕਿ ਪਲੇਅਰ ਜ਼ਿਆਦਾ ਹੋਣੇ ਬਹੁਤ ਜ਼ਰੂਰੀ ਹੈ। ਜਿੰਨੇ ਜ਼ਿਆਦਾ ਪਲੇਅਰ ਹੋਣਗੇ ਉਨਾ ਜ਼ਿਆਦਾ ਕੰਪੀਟੀਸ਼ਨ ਜਿਹੜਾ ਹੈ ਉਹ ਵਧੀਆ ਹੋ ਜਾਂਦਾ ਹੈ, ਫਿਰ ਲੋਕ ਜਿਹੜੇ ਨੇ ਵਧੀਆ ਕੰਮ ਕਰਨਾ ਸ਼ੁਰੂ ਕਰਦੇ ਨੇ, ਇਹ ਚੰਗੀ ਗੱਲ ਹੈ ਜੀ। ਸੋ ਹੁਣ ਗੱਲ ਕਰੀਏ ਕਿ ਤੁਹਾਨੂੰ ਅਪਡੇਟ ਦੇ ਦਈਏ ਦੋਸਤੋ ਕਿ ਹਾਂ ਵੀ ਜਿਹੜੇ ਬ੍ਰਿਟਿਸ਼ ਦੇ ਯੂਕੇ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਬੋਰਿਸ ਜੌਨਸਨ, ਉਹ ਇਸ ਸਾਲ ਮਤਲਬ ਅਗਲੇ ਸਾਲ ਜਿਹੜਾ ਹੈ ਉਹ ਜਿਹੜਾ ਰਿਪਬਲਿਕ ਡੇ ਹੈ ਹਨਾ, ਗਣਤੰਤਰ ਦਿਵਸ ਹੈ 26 ਜਨਵਰੀ ਨੂੰ, ਉਸ ਵਿੱਚ ਸ਼ਾਮਿਲ ਹੋਣਗੇ। ਸੋ ਇੱਕ ਵਧੀਆ ਗੱਲ ਹੈ ਹਨਾ। ਮੇਰਾ ਸਵਾਲ ਇਹ ਉੱਠਦਾ ਸੀ ਕਿ 26 ਜਨਵਰੀ ਤੱਕ ਸਾਰਾ ਕੁਝ ਠੀਕ ਹੋ ਜਾਊਗਾ ਕਿ ਜਦੋਂ ਉਹਨਾਂ ਨੇ ਆਉਣਾ ਭਾਈ ਕਰੋਨਾ ਤਾਂ ਨਹੀਂ ਹੋਊਗਾ, ਫਿਰ ਸਾਡੇ ਜਿਹੜੇ ਦਿੱਲੀ 'ਚ ਉਹਨਾਂ ਦੇ ਮਹਿਮਾਨ ਗਏ ਹੋਏ ਨੇ ਉਹ ਦਿੱਲੀ ਤੋਂ ਵਾਪਸ ਆ ਜਾਣਗੇ, ਜਾਂ ਫਿਰ ਸਾਡੇ ਵਾਰੀ ਵੀ ਕੰਧ ਕਰ ਦੇਣੀ ਗੁਜਰਾਤ ਵਾਂਗੂ ਵੀ ਹੁਣ ਬੋਰਿਸ ਜੌਨਸਨ ਆ ਰਿਹਾ ਤੇ ਕੰਧ ਕਰ ਦਈਏ ਅਸੀਂ ਵੀ ਇੱਥੇ ਤਾਂ ਕੁਝ ਹੋ ਨਹੀਂ ਰਿਹਾ, ਇੱਦਾਂ ਦਾ ਕੁਝ ਹੋਊਗਾ? ਬਸ ਇਹ ਬੜਾ ਤੁਸੀਂ ਅਚਾਨਕ ਜਿਹਾ ਸਵਾਲ ਪੁੱਛ ਲਿਆ ਹਨਾ। ਮੈਨੂੰ ਲੱਗ ਰਿਹਾ ਕਿ ਸ਼ਾਇਦ ਕਿਉਂਕਿ ਬੜੀ ਵੱਡੀ ਗੱਲਬਾਤ ਹੋਏਗੀ, ਜਿਹੜੇ ਯੂਕੇ ਦੇ ਪ੍ਰਧਾਨ ਮੰਤਰੀ ਨੇ ਉਹ ਆਉਣ ਜਾ ਰਹੇ ਨੇ ਜਨਵਰੀ ਦੇ ਵਿੱਚ। ਸੋ ਲੱਗਦਾ ਹੈ ਕਿ ਹਾਂ ਵੀ ਜਿਹੜਾ ਪ੍ਰੋਟੈਸਟ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਾਂ ਫਿਰ ਉਹਦਾ ਸਮਾਧਾਨ ਜਿਹੜਾ ਹੈ ਉਹ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਨਹੀਂ ਤਾਂ ਫਿਰ ਪਰਲੇ ਬੰਨਿਓ ਲਿਆਉਣਗੇ, ਗੁਜਰਾਤ ਵਾਲੇ ਬੰਨਿਓ ਲਿਆਉਣਗੇ ਤੇ ਕਹਿਣਗੇ ਜੀ ਇੱਥੋਂ ਤੁਹਾਨੂੰ ਗੱਡੀ 'ਚ ਲਿਜਾਣਾ। ਤੇ ਨਹੀਂ ਕਹਿ ਸਕਦੇ ਵੈਸੇ ਇਹ ਵੀ ਹੋ ਸਕਦਾ ਕਿ ਹਾਂ ਵੀ ਐਤਕੀ ਕਹਿਣਗੇ ਗੁਜਰਾਤ 'ਚ ਹੀ ਕਰ ਲਵਾਂਗੇ ਆਪਾਂ ਹਨਾ, ਕਿਉਂਕਿ ਜੇ ਕਿਸਾਨਾਂ ਦੇ ਮੁੱਦਿਆਂ ਨੂੰ
ਦਿੱਲੀ ਸਿੰਘੂ ਬਾਰਡਰ ਤੇ ਜਾ ਕੇ ਹੱਲ ਨਹੀਂ ਕੀਤਾ ਜਾ ਰਿਹਾ, ਗੁਜਰਾਤ ਦੇ ਵਿੱਚ ਉੱਥੋਂ ਦੇ ਕਿਸਾਨਾਂ ਨੂੰ ਮਿਲ ਕੇ ਉਹ ਸੋਲੂਸ਼ਨ ਕੱਢਿਆ ਜਾ ਰਿਹਾ ਕਿ ਹਾਂ ਬਈ ਇੱਥੇ ਤੁਹਾਡੀ ਗੱਲਬਾਤ ਕਰਨੇ ਆ ਜੀ, ਕਿਸਾਨੀ ਬਿੱਲ ਜਿਹੜੇ ਨੇ ਬੜੇ ਚੰਗੇ ਨੇ। ਸੋ ਹੋ ਸਕਦਾ ਹੈ ਬਈ ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਨੇ, ਗੁਜਰਾਤ ਨਾਲ ਖਾਸਾ ਪਿਆਰ, ਗੁਜਰਾਤ ਮਾਡਲ ਦੀਆਂ ਮੈਂ ਕਹਿੰਦਾ ਗੱਲਾਂ ਬਾਤਾਂ ਕਰਕੇ ਹੀ ਪਹਿਲਾਂ ਸੀਐਮ ਬਣੇ, ਫਿਰ ਬਾਅਦ 'ਚ ਉੱਥੋਂ ਦੇ ਪੀਐਮ ਵੀ ਬਣ ਗਏ ਆਪਣੇ ਪੂਰੇ ਭਾਰਤ ਦੇ। ਸੋ ਗੁਜਰਾਤ ਮਾਡਲ ਦੀਆਂ ਬਹੁਤ ਜਿਹੜੀਆਂ ਹਮਾਇਤਾਂ ਇਹਨਾਂ ਨੇ ਕੀਤੀਆਂ ਹੋਈਆਂ। ਸੋ ਹੋ ਸਕਦਾ ਹੈ ਕਿ ਹਾਂ ਵੀ ਇਸ ਵਾਰ ਡੈਸਟੀਨੇਸ਼ਨ ਸੈਲੀਬ੍ਰੇਸ਼ਨ ਹੋ ਜਾਣਾ, ਜਿਵੇਂ ਡੈਸਟੀਨੇਸ਼ਨ ਵਿਆਹ ਹੁੰਦੇ ਆ, ਤੇ ਇਸ ਵਾਰੀ ਗਣਤੰਤਰ ਦਿਵਸ ਵੀ ਆਪਾਂ ਡੈਸਟੀਨੇਸ਼ਨ ਕਹਿ ਲਈਏ। ਹਾਂ, ਸੋ ਦੇਖਦੇ ਆ ਕਿ ਹਾਂ ਵੀ ਜਦ 26 ਜਨਵਰੀ ਨੂੰ ਜਿਹੜਾ ਮਾਹੌਲ ਹੈ ਉਹ ਕਿਵੇਂ ਦਾ ਹੋਏਗਾ, ਉਸ ਤੋਂ ਪਹਿਲਾਂ ਕੀ ਚੇਂਜ ਹੁੰਦਾ ਹੈ। ਸੋ ਉਹ ਤਾਂ ਜਿਹੜਾ ਆਉਣ ਵਾਲਾ ਵਕਤ ਦੱਸੇਗਾ। ਸੋ ਹੁਣ ਸਿੱਧਾ ਅਸੀਂ ਗੱਲ ਕਰਦੇ ਹਾਂ ਅਮਰੀਕਾ ਦੀ, ਹੈ ਨਾ ਜੀ। ਵੈਸੇ ਮੋਹਿਤ ਜੀ ਤੁਸੀਂ ਬਿਨਾਂ ਦੱਸੇ ਚੱਲ ਜਾਂਦੇ ਹੋ ਅਮਰੀਕਾ, ਬਿਨਾਂ ਦੱਸੇ ਜਰਮਨ ਚੱਲ ਜਾਂਦੇ ਹੋ। ਠੰਡ ਤਾਂ ਸਾਡੇ ਕੋਲ ਇੱਥੇ ਵਾਲੀ ਨਹੀਂ ਸਾਰੀ ਜਾਂਦੀ। ਚਲੋ ਕੋਈ ਗੱਲ ਨਹੀਂ, ਠੰਡ ਤਾਂ ਠੀਕ ਆ। ਜਿਹੜੀ ਚੰਗੀ ਖਬਰ ਆ ਰਹੀ ਹੈ ਕਿ ਹਾਂ ਵੀ ਅਮਰੀਕਾ ਦੇ ਵਿੱਚ ਜਿਹੜੀ ਕਰੋਨਾ ਵੈਕਸੀਨੇਸ਼ਨ ਹੈ ਉਹ ਸ਼ੁਰੂ ਹੋ ਚੁੱਕੀ ਹੈ। ਸੋ ਬੜੀ ਵੱਡੀ ਖਬਰ ਪੂਰੀ ਦੁਨੀਆ ਦੇ ਲਈ, ਹੈ ਨਾ। ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਹਾਂ ਵੀ ਯੂਕੇ ਵਿੱਚ ਹੈ ਜਿਹੜੀ ਪਹਿਲੀ ਵੈਕਸੀਨੇਸ਼ਨ ਹੈ ਉਹ ਦੇ ਦਿੱਤੀ ਗਈ। ਭਾਵੇਂ ਕੁਝ ਜਿਹੜੇ ਕੰਪਲਿਕੇਸ਼ਨਸ ਨੇ, ਕੁਝ ਜਿਹੜੀਆਂ ਸਮੱਸਿਆਵਾਂ ਨੇ ਉਹ ਥੋੜ੍ਹੀ ਜਿਹੀਆਂ ਸਾਹਮਣੇ ਆਈਆਂ ਜ਼ਰੂਰ, ਬਟ ਹਾਂ ਬੜੇ ਇੱਕ ਲੋਕਾਂ ਜਿਹੜਾ ਜੋਸ਼ ਹੈ, ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਹੈ, ਇੱਕ ਉਮੀਦ ਦੀ ਜਿਹੜੀ ਕਿਰਨ ਹੈ ਉਹ ਸਾਹਮਣੇ ਆ ਰਹੀ ਹੈ। ਸੋ ਜਿਹੜਾ ਅਮਰੀਕਾ ਦੇ ਵਿੱਚ ਜਿਹੜੀ ਨਿਊਯਾਰਕ ਦੀ ਜਿਹੜੀ ਇੱਕ ਨਰਸ ਹੈ ਉਸ ਨੂੰ ਜਿਹੜਾ ਹੈ ਵੈਕਸੀਨੇਸ਼ਨ ਦਿੱਤੀ ਗਈ। ਤਾਂ ਖੈਰ ਸਭ ਤੋਂ ਵਧੀਆ ਗੱਲ ਆ ਸੀ ਕਿ ਹਾਂ ਵੀ ਜਦੋਂ ਉਹਨਾਂ ਨੂੰ ਵੈਕਸੀਨੇਸ਼ਨ ਦਿੱਤੀ ਜਾ ਰਹੀ ਸੀਗੀ ਉਸ ਨੂੰ ਲਾਈਵ ਬ੍ਰੋਡਕਾਸਟ ਕੀਤਾ ਗਿਆ ਪੂਰੇ ਦੇਸ਼ ਦੇ ਵਿੱਚ, ਐਂਡ ਹਜ਼ਾਰਾਂ ਕਰੋੜੋਂ ਲੋਕੀ ਜਦੋਂ ਉੱਥੇ ਦੇਖ ਰਹੇ ਸੀਗੇ ਉਹਨਾਂ ਦੀ ਅੱਖਾਂ ਭਰ ਆਈਆਂ ਕਿ ਹਾਂ ਬਈ ਸ਼ਾਇਦ ਇੱਕ ਉਮੀਦ ਦੀ ਕਿਰਨ, ਹੈ ਨਾ। ਕਾਫੀ ਲੰਮਾ ਸਮਾਂ ਆਪਾਂ ਕਹਿ ਸਕਦੇ ਹਾਂ, ਕਿਉਂਕਿ ਅਮਰੀਕਾ ਹੀ ਇੱਕ ਅਜਿਹਾ ਮੁਲਕ ਜਿੱਥੇ ਸਭ ਤੋਂ ਜ਼ਿਆਦਾ ਜਿਹੜੀਆਂ ਮੌਤਾਂ ਹੋਈਆਂ, 3 ਲੱਖ ਤੋਂ ਵੱਧ ਜਿਹੜੇ ਲੋਕ ਨੇ ਉੱਥੇ ਇਸ ਜੰਗ ਤੋਂ ਹਾਰ ਚੁੱਕੇ ਨੇ, ਹੈ ਨਾ। ਤੇ ਇੱਕ ਤਰ੍ਹਾਂ ਦਾ ਇੱਕ ਨੈਗੇਟਿਵਿਟੀ ਮਨ ਵਿੱਚ ਆ ਜਾਂਦੀ ਹੈ ਕਿ ਹਾਂ ਵੀ ਜ਼ਿੰਦਗੀ 'ਚ ਹੁਣ ਕੁਛ ਨਹੀਂ ਬਚਿਆ, ਕਰੋਨਾ ਨੇ ਸਭ ਕੁਝ ਖਾ ਹੀ ਲੈਣਾ ਵਾ। ਇਹੋ ਜਿਹੀ ਗੱਲਾਂ ਕਾਫੀ ਲੋਕਾਂ ਦੇ ਮਨ ਵਿੱਚ ਆਈਆਂ ਵੀ ਜ਼ਰੂਰ। ਪਰ ਹੁਣ ਜਦੋਂ ਵੈਕਸੀਨੇਸ਼ਨ ਸਾਹਮਣੇ ਆਈ ਹੈ, ਜਦੋਂ ਉਸਦਾ ਜਿਹੜਾ ਮੈਂ ਕਹਿੰਦਾ ਜਿਹੜੀ ਦਵਾਈ ਸਾਹਮਣੇ ਆਈ ਹੈ, ਭਾਵੇਂ 95% ਦਾ ਰਿਜ਼ਲਟ ਹੈ, ਲੋਕਾਂ 'ਚ ਕਾਫੀ ਉਮੀਦ ਹੈ, ਕਾਫੀ ਮੈਂ ਕਹਿੰਦਾ ਉਤਸ਼ਾਹ ਹੈ। ਕਿਤੇ ਨਾ ਕਿਤੇ ਅਮਰੀਕਾ ਵਰਗਾ ਮੁਲਕ ਜਿੱਥੇ ਲੌਂਗ ਵੀਕਐਂਡ ਦਾ ਪਲਾਨ ਹੁੰਦਾ ਲੋਕਾਂ ਦਾ, ਤੁਸੀਂ ਦੇਖੋ ਜਦੋਂ ਕਰੋਨਾ ਜਿਹੜਾ ਨਵਾਂ ਚੱਲਿਆ ਸੀਗਾ ਤੇ ਇਹਨਾਂ ਦੇ ਬੜੇ ਸਾਰੇ ਬੀਚਾਂ ਦੇ ਉੱਤੇ ਲੋਕੀ ਪਾਰਟੀਆਂ ਵੀ ਕਰਦੇ ਸੀ, ਕਹਿੰਦੇ ਸੀ ਕਰੋਨਾ ਹੈ ਹੀ ਨਹੀਂ। ਇਹ ਮੁਲਕ ਇਦਾਂ ਦਾ ਜਿਹੜਾ ਆਪਾਂ ਕਹ ਲਈਏ ਕਿ ਚੰਗਾ ਮੁਲਕ ਹੈ, ਜਿੱਥੇ ਲੋਕੀ 4 ਦਿਨ ਕੰਮ ਕਰਦੇ ਨੇ, ਫਿਰ 2 ਦਿਨ ਚੰਗੀ ਤਰ੍ਹਾਂ ਐਸ਼ ਕਰਦੇ ਨੇ। ਇਹ ਸਾਡੇ ਵਾਂਗੂ ਥੋੜੀ ਆ ਕਿ ਵੀ ਸੈਟਰਡੇ ਸੰਡੇ ਜ਼ਿਆਦਾ ਕਮਾਈ ਹੁੰਦੀ ਆ ਤਾਂ ਅੱਜ ਆਪਾਂ ਦੁਕਾਨ ਹੀ ਖੋਲਣੀ ਆ, ਘਰੇ ਨਹੀਂ ਜਾਣਾ। ਉਹਨਾਂ ਲਈ ਫੈਮਿਲੀ ਲਈ ਵੀ ਇਕੁਅਲ ਆ, ਉਹਨਾਂ ਦੇ ਤਲਾਕ ਹੋ ਜਾਂਦੇ ਆ ਜੇ ਉਹ 4 ਦਿਨ ਆਪਣੀ ਘਰ ਵਾਲੀ ਦੇ ਨਾਲ ਟਾਈਮ ਨਾਲ ਸਪੈਂਡ ਕਰਨ। ਇੱਥੇ ਵਿਚਾਰੀਆਂ ਘਰ ਵਾਲੀਆਂ 2-2 ਸਾਲ ਜਿਹੜਾ ਉਹਦਾ ਘਰ ਵਾਲਾ ਕਿਤੇ ਕੈਨੇਡਾ ਜਰਮਨ ਫਸ ਗਿਆ ਤੇ ਚਲੋ ਤੁਸੀਂ ਜ਼ਿਆਦਾ ਸਾਲ ਲੈ ਲਓ, ਇੱਥੇ ਵਾਲਾ ਹਿਸਾਬ ਕਿਤਾਬ ਬਿਲਕੁਲ ਨਹੀਂ ਹੈਗਾ ਉਹਨਾਂ ਦਾ। ਫਿਰ ਉਹ ਸਮਝਦੇ ਆ ਕਿ ਸਾਡੀ ਜ਼ਿੰਦਗੀ ਜਿਹੜੀ ਹੈ ਖਤਮ ਹੋ ਜਾਂਦੀ ਆ ਜਦੋਂ ਅਸੀਂ ਇਦਾਂ ਦਾ ਮਿਲਣ ਗਿਲਣ ਨਹੀਂ ਕਰਦੇ, ਕਿਉਂਕਿ ਸਟ੍ਰੈਸ ਬਹੁਤ ਹੁੰਦਾ ਆ। ਜਦੋਂ ਬਹੁਤ ਤੁਸੀਂ ਕੰਮ ਕਰਦੇ ਹੋ ਉਹਨਾਂ ਲਈ ਟਾਈਮ ਜਿਹੜਾ ਹੈ ਉਹ ਇੱਕ ਤਰੀਕੇ ਨਾਲ ਮਨੀ ਹੈ। ਸੋ ਪੂਰੇ ਜਿਹੜੇ ਹਫਤੇ ਉਹਨਾਂ ਨੇ ਆਪਣਾ ਜਿਹੜਾ ਬੈਟਰੀ ਚਾਰਜ ਕਰਨ ਲਈ ਪ੍ਰੋਗਰਾਮ ਹੁੰਦਾ ਨਾ, ਉਹ ਪ੍ਰੋਗਰਾਮ ਉਹਨਾਂ ਦੇ ਖਤਮ ਹੋ ਗਏ। ਸੋ ਕਿਤੇ ਨਾ ਕਿਤੇ ਉਹਨਾਂ ਦੇ ਲਈ ਇਸ ਕਰਕੇ ਵੀ ਚੰਗੀ ਖਬਰ ਹੈ ਕਿ ਉਹ ਸਾਡੇ ਵਰਗੇ ਨਹੀਂ ਗਏ। ਉਹ ਕਹਿੰਦੇ ਆ ਕਿ ਜਲਦੀ ਤੋਂ ਜਲਦੀ ਜਿਹੜੀ ਸਿਚੁਏਸ਼ਨ ਨਾਰਮਲ ਹੋਵੇ, ਅਸੀਂ ਮਿਲੀਏ ਜੁਲੀਏ, ਖੇਡੀਏ, ਹੱਸੀਏ, ਖਾਈਏ, ਤੇ ਸਾਡੇ ਵਾਂਗੂ ਨਹੀਂ ਕਿ ਅਸੀਂ ਪੂਰਾ ਹਫਤਾ। ਮੈਂ ਇਸ ਲਈ ਕਹਿ ਰਿਹਾ ਕਿ ਇੱਥੇ ਦੇਖੋ ਉੱਥੇ ਨਰਸ ਨੂੰ ਮਿਲ ਗਈ ਪਹਿਲੀ ਜਿਹੜੀ ਉੱਥੇ ਜਿਹੜੀ ਵੈਕਸੀਨੇਸ਼ਨ ਹੈ ਉਹ ਨਰਸ ਨੂੰ ਹੁੰਦੀ ਹੈ, ਹੈਲਥ ਵਰਕਰ ਨੂੰ ਹੁੰਦੀ ਹੈ। ਇੱਥੇ ਅੱਜ ਹੀ ਸਵੇਰੇ ਮੈਂ ਪੜ੍ਹਦਿਆ ਸੀਗਾ ਕਿ ਏਮਸ ਦੇ ਵਿੱਚ 5000 ਜਿਹੜੇ ਨਰਸ ਵਾਲੇ ਨੇ, ਜਿਹੜੇ ਨਰਸਿੰਗ ਕਰਦੇ ਨੇ ਉੱਥੇ, ਜਿਹੜੇ ਨਰਸ ਸਟਾਫ ਨੇ, ਉਹ ਜੀ ਹੜਤਾਲ ਤੇ ਚਲਾ ਗਿਆ। ਹੜਤਾਲ ਵੀ ਕਿਹੜੀ ਗੱਲੋਂ ਗਿਆ ਵੀ ਭਾਈ ਹਾਲੇ ਤੱਕ ਸੈਲਰੀਆਂ ਨਹੀਂ ਆਈਆਂ, ਤੇ ਅਸੀਂ ਕਿਹਾ ਸੀ ਉਹਨਾਂ ਨੇ 23 ਮੰਗਾਂ ਰੱਖੀਆਂ ਸੀਗੀਆਂ, ਉਹਨਾਂ ਦੇ ਵਿੱਚੋਂ ਕਹਿੰਦੇ ਜੀ ਇੱਕ ਮੰਗ ਵੀ ਸਾਡੀ ਪੂਰੀ ਨਹੀਂ ਹੋਈ। ਤਾਂ ਤੁਸੀਂ ਦੇਖ ਲਓ ਕਰੋਨਾ ਦੇ ਉੱਤੇ ਜਾਨ ਦੇ ਨਾਲ ਖੇਲ ਕੇ ਉਹਨਾਂ ਨੇ ਕੰਮ ਕੀਤੇ, ਤੇ ਹਰਦੂ ਲਾਂਤ ਹੈ ਜੇ ਉਹਨਾਂ ਦੀਆਂ ਸੈਲਰੀਜ਼ ਤੇ ਉਹਨਾਂ ਦੇ ਹਾਈਕ ਨੂੰ ਲੈ ਕੇ ਤੁਹਾਨੂੰ ਪ੍ਰੋਬਲਮ ਹੈ। ਸੋ ਖੈਰ ਵਾਕਈ ਜਿਹੜੀ ਬੜੀ ਮੰਦਭਾਗੀ ਘਟਨਾ ਹੈ, ਹਨਾ, ਕਿ ਹਾਂ ਬਈ ਇੱਕ ਪਾਸੇ ਜਿੱਥੇ ਅਮਰੀਕਾ ਦੇ ਵਿੱਚ ਇੱਕ ਪਹਿਲੀ ਨਰਸ ਹੈ ਜਿਹਨੂੰ ਆਪਾਂ ਕਹਿੰਦੇ ਕਿ ਹਾਂ ਵੀ ਵਲੰਟੀਅਰਸ ਜਿਹੜੇ ਨੇ, ਹਨਾ, ਜਿਹੜੇ ਫਰੰਟ ਲਾਈਨ ਵਲੰਟੀਅਰਸ ਜਿਹੜੇ ਨੇ, ਉਹਨਾਂ ਨੂੰ ਵੈਕਸੀਨੇਸ਼ਨ ਦਿੱਤੀ ਜਾਂਦੀ ਹੈ ਕਿ ਹਾਂ ਵੀ ਤੁਸੀਂ ਸਾਡੀ ਸੇਵਾ ਕਰ ਰਹੇ ਹੋ, ਤੁਸੀਂ ਸਾਨੂੰ ਇਸ ਬਿਮਾਰੀ ਤੋਂ ਨਿਜਾਤ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹੋ। ਉਹਨਾਂ ਨੂੰ ਦਵਾਈ ਦਿੱਤੀ ਜਾਂਦੀ ਹੈ। ਜਿੱਥੇ ਗੱਲ ਕਰੀ ਭਾਰਤ ਦੇ ਏਮਸ ਜੋ ਕਿ ਬਹੁਤ ਵੱਡਾ ਜਿਹੜਾ ਹਸਪੀਟਲ ਹੈ, ਉੱਥੋਂ ਦੀਆਂ ਸਾਰੀਆਂ ਜਿਹੜੀਆਂ ਸਟਾਫ ਨਰਸਾਂ ਹੈ ਹੜਤਾਲ ਤੇ ਚਲੇ ਗਈਆਂ। ਕਿਉਂ? ਕਿਉਂਕਿ ਉਹਨਾਂ ਨੂੰ ਸੈਲਰੀ ਜਿਹੜੀ ਹੈ ਨਹੀਂ ਮਿਲ ਪਾ ਰਹੀ ਹੈ। ਵਾਕਈ ਬੜੀ ਮਾੜੀ ਗੱਲ ਹੈ, ਮੈਂ ਕਹਿੰਦਾ ਪੂਰੀ ਸਰਕਾਰ ਦੀ ਵੀ, ਕਿ ਹਾਂ ਵੀ ਜਿਹੜੇ ਸਾਡੇ ਫਰੰਟ ਲਾਈਨਰਸ ਨੇ ਕਮ ਸੇ ਕਮ ਤੁਸੀਂ ਉਹਨਾਂ ਨੂੰ ਤਾਂ ਖੁਸ਼ ਰੱਖੋ। ਸੋ ਖੈਰ ਸਾਹਿਬ, ਆਪਾਂ ਹੁਣ ਇਹ ਜਿਹੜੀ ਗੱਲ ਕਰ ਰਹੇ ਸੀਗੇ ਕਿ ਹਾਂ ਵੀ ਅਮਰੀਕਾ ਦੇ ਵਿੱਚ ਜਿਹੜੀ ਵੈਕਸੀਨੇਸ਼ਨ ਸ਼ੁਰੂ ਹੋ ਚੁੱਕੀ ਹੈ। ਫਿਰ ਆਪਾਂ ਗੱਲ ਕੀਤੀ ਕਿ ਦਿੱਲੀ ਦੇ ਵਿੱਚ ਜਿਹੜੇ ਸਾਡੇ ਸਟਾਫ ਨਰਸਾਂ ਨੇ ਉਹ ਧਰਨੇ ਤੇ ਜਾ ਚੁੱਕੀਆਂ ਨੇ। ਸੋ ਹੁਣ ਇਹ ਜਿਹੜੀ ਹੋਰ ਵੱਡੀ ਖਬਰ ਆਈ ਹੈ ਕਿ ਹਾਂ ਵੀ ਜਿਹੜੇ ਨਰਿੰਦਰ ਮੋਦੀ ਨੇ, ਜੋ ਕਿ ਗੁਜਰਾਤ ਦੇ ਕੱਛ ਵਿੱਚ ਨੇ, ਐਂਡ ਉੱਥੇ ਕੁਝ ਚੀਜ਼ਾਂ ਦਾ ਉਹਨਾਂ ਨੇ ਉਦਘਾਟਨ ਕਰਨਾ ਸੀਗਾ, ਜੋ ਕਿ ਲੱਗਦਾ ਕਿ ਸਿਰਫ ਉਹਨਾਂ ਕੋਲ ਇਹੀ ਕੰਮ ਦੇ ਲਈ ਟਾਈਮ ਹੁੰਦਾ ਹੈ। ਉਸ ਤੋਂ ਇਲਾਵਾ ਉੱਥੋਂ ਦੇ ਜਿਹੜੇ ਕਿਸਾਨ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ, ਤੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜਿਹੜਾ ਦਿੱਲੀ ਵਿੱਚ ਜਿਹੜਾ ਧਰਨਾ ਚੱਲ ਰਿਹਾ ਉਹਦੇ ਪਿੱਛੇ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਆਪਣਾ ਮਤਲਬ ਸਿੱਧਾ ਕਰ ਰਹੀਆਂ ਨੇ। ਇਹ ਉਹੀ ਪਾਰਟੀਆਂ ਨੇ ਜੋ ਕਿ ਪਹਿਲਾਂ ਆਪਣੇ ਇਲੈਕਸ਼ਨ ਦੇ ਸਮੇਂ ਇਹ ਸੇਮ ਜਿਹੜਾ ਪ੍ਰਪੋਜ਼ਲ ਜਿਹੜਾ ਉਹਨਾਂ ਦੀ ਸਰਕਾਰ ਨੇ ਲਿਆਂਦਾ ਹੈ, ਸੇਮ ਪ੍ਰਪੋਜ਼ਲ ਉਹ ਲਿਆਉਣ ਦੀ ਗੱਲ ਕਰਦੀ ਸੀਗੀ। ਐਂਡ ਜਦੋਂ ਕਿ ਅਸੀਂ ਲਿਆਂਦਾ ਤੇ ਉਹਨਾਂ ਨੇ ਕਿਹਾ ਕਿ ਹਾਂ ਬਈ ਹੁਣ ਉਹਨਾਂ ਨੂੰ ਕਿਉਂ ਪ੍ਰੋਬਲਮ ਹੋ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਡੇਅਰੀ ਫਾਰਮਿੰਗ ਦਾ ਮੈਂ ਕਹਿੰਦਾ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਜਦੋਂ ਇੱਕ ਕੰਪਨੀ ਆ ਕੇ ਮੱਝਾਂ ਦਾ ਦੁੱਧ ਲੈਂਦੀ ਹੈ ਤੇ
ਮੱਝਾਂ ਥੋੜੀ ਨਾਲ ਲੈ ਕੇ ਚਲੇ ਜਾਂਦੀ ਹੈ। ਸੋ ਉਹਨਾਂ ਨੇ ਜਿਹੜੀ ਆ ਐਗਜ਼ਾਮਪਲ ਖਹਿਰਾ ਸਾਹਿਬ ਉਹ ਕੋਟ ਕੀਤੀ ਹੈ। ਗੱਲ ਇੱਥੇ ਮੱਝਾਂ ਦੀ ਤਾਂ ਹੈ ਨਹੀਂ, ਨਾ ਹੀ ਪਸ਼ੂਆਂ ਦੀ ਹੈ। ਜਦੋਂ ਤੁਸੀਂ ਕਿਸੇ ਨਾਲ ਕੰਟਰੈਕਟ ਕਰਦੇ ਹੋ ਨਾ, ਤੇ ਜਿਹੜਾ ਦੁੱਧ ਤੁਸੀਂ 40 ਰੁਪਏ ਵੇਚਣ ਦੇ ਹੋ ਉਹੀ ਦੁੱਧ ਤੁਸੀਂ 25 ਰੁਪਏ ਵੇਚਦੇ ਹੋ। ਸੋ ਕਿਤੇ ਨਾ ਕਿਤੇ ਘਾਟਾ ਪੈ ਗਿਆ। ਪਹਿਲੀ ਗੱਲ ਤੇ ਉਹ ਸਿਸਟਮ ਗਲਤ ਹੈ। ਹੁਣ ਦੂਸਰੀ ਗੱਲ, ਮੋਦੀ ਸਾਹਿਬ ਹੁਣਾਂ ਨੂੰ ਪਤਾ ਨਹੀਂ ਲੱਗਦਾ, ਉਹ ਸਿਰਫ ਚਾਹ ਲਈ ਦੁੱਧ ਹੀ ਖਰੀਦਦੇ ਰਹੇ ਹੈ ਨਾ, ਤਾਂ ਹੀ ਉਹ ਐਗਜ਼ਾਮਪਲਾਂ ਇੱਦਾਂ ਦੇ ਦਿੰਦੇ ਆ। ਉਹਨਾਂ ਨੇ ਚਾਹ ਦੇ ਲਈ ਕਦੀ ਲੱਗਦਾ ਪੱਠੇ ਨਹੀਂ ਖਰੀਦੇ, ਚਾਹ ਦੇ ਲਈ ਗੰਨਾ ਤਾਂ ਨਹੀਂ ਖਰੀਦਿਆ, ਚਾਹ ਦੇ ਲਈ ਕਦੇ ਆਲੂ ਤਾਂ ਨਹੀਂ ਖਰੀਦੇ। ਸੋ ਕਿਤੇ ਨਾ ਕਿਤੇ ਐਗਜ਼ਾਮਪਲਾਂ ਜਿਹੜੀਆਂ ਨੇ ਉਹ ਮਿਸਗਾਈਡ ਆ, ਮਿਸਕੋਡਡ ਆ, ਤੇ ਕਿਤੇ ਨਾ ਕਿਤੇ ਸਰਕਾਰਾਂ ਨੂੰ ਸਮਝਣਾ ਚਾਹੀਦਾ ਜਿਹੜੀ ਚੀਜ਼ ਦੀ ਲੋੜ ਨਹੀਂ ਤੁਸੀਂ ਉਹ ਥੋਪ ਰਹੇ ਹੋ। ਇਸ ਕਰਕੇ ਦੇਖੋ, ਜੇ ਆਪਾਂ ਕਹਿ ਲਈਏ ਕਿ ਜਿਹੜੀ ਵਰਲਡ ਬੈਂਕ ਆ ਉਹਦਾ ਚੀਫ ਇਕਨੋਮਿਸਟ ਆ ਕੇ ਕਹਿੰਦਾ ਆ ਕਿ ਬਈ ਇਹ ਗਲਤ ਹੈ, ਤੇ ਇਹਦਾ ਮਤਲਬ ਨਰਿੰਦਰ ਮੋਦੀ ਹੁਣੀ ਗਲਤ ਨੇ। ਤੁਸੀਂ ਦੇਖੋ, ਤੁਸੀਂ ਹੁਣੇ ਇੱਕ ਤੂਤੀ ਬੋਲਣ ਲੱਗ ਪਏ ਕਿ ਪੁਰਾਣੀਆਂ ਸਰਕਾਰਾਂ ਨੇ ਵੀ ਇਹੀ ਕੀਤਾ ਸੀ, ਜੇ ਅਸੀਂ ਕਰਤਾ ਤਾਂ ਕੀ ਹੋਇਆ। ਜੇ ਉਹ ਗਲਤ ਕਰਨਗੀਆਂ ਇਸ ਲਈ ਕਰਕੇ ਉਹ ਸੱਤਾ ਦੇ ਵਿੱਚ ਨਹੀਂ ਹੈਗੇ, ਜੇ ਤੁਸੀਂ ਕਰ ਰਹੇ ਹੋ ਤਾਂ ਤੁਸੀਂ ਵੀ ਸੱਤਾ ਦੇ ਵਿੱਚ ਨਹੀਂ ਹੋ। ਇਹ ਸਭ ਤੋਂ ਵੱਡੀ ਗੱਲ ਹੈ ਕਿ ਬਾਰ-ਬਾਰ ਮੈਂ ਉਸ ਦਿਨ ਆਪਾਂ ਗੱਲ ਕੀਤੀ ਸੀ ਕਿ ਰਵੀ ਸ਼ੰਕਰ ਪ੍ਰਸਾਦ ਹੋਣੀ ਜਿਹੜੇ ਇਹਨਾਂ ਦੇ ਲਾਅ ਮਿਨਿਸਟਰ ਨੇ, ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ। ਉਸ ਪ੍ਰੈਸ ਕਾਨਫਰੰਸ 'ਚ ਉਹ ਕਹਿੰਦੇ ਜੀ ਕਿ ਜਿਹੜੇ ਮਨਮੋਹਨ ਸਿੰਘ ਹੋਣਾ ਨੇ, ਉਹਨਾਂ ਨੇ ਵੀ ਤਾਂ ਇਹੀ ਕੁਝ ਲਿਆਉਣਾ ਸੀ, ਜੇ ਅਸੀਂ ਲਿਆਂਦਾ ਤਾਂ ਕਾਹਦਾ ਰੌਲਾ ਪਾ ਰਹੇ ਹੋ ਜੀ। ਉਹਨਾਂ ਨੇ ਲਿਆਉਣਾ ਸੀ ਭਾਈ, ਤੇ ਇਸ ਕਰਕੇ ਉਹ ਸੱਤਾ ਦੇ ਵਿੱਚ ਨਹੀਂ ਹੈਗੇ। ਤੁਸੀਂ ਸੱਤਾ ਦੇ ਵਿੱਚੋਂ, ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ, ਤੁਸੀਂ ਨੱਠ ਨਹੀਂ ਸਕਦੇ ਜੀ। ਸੋ ਖੈਰ ਸਾਹਿਬ, ਵਾਕਈ ਜਿਹੜੀਆਂ ਨਿਰੰਤਰ ਜਿਹੜੀਆਂ ਸੇਮ ਗੱਲਾਂ ਨੇ, ਕੇਂਦਰ ਸਰਕਾਰ, ਮੋਦੀ ਸਰਕਾਰ ਸੇਮ ਗੱਲਾਂ ਕਰ ਰਹੀ ਹੈ, ਐਂਡ ਲੱਗ ਨਹੀਂ ਰਿਹਾ ਕਿ ਹਾਂ ਵੀ ਕਿਸਾਨਾਂ ਦੇ ਪੱਖ ਵਿੱਚ ਜਿਹੜੀ ਹੈ ਉਹ ਗੱਲ ਕਰੇਗੀ। ਕਿਉਂਕਿ ਜੇ ਕਰਨੀ ਹੁੰਦੀ ਤਾਂ ਇੰਨੀ ਦੂਰ ਜਾ ਕੇ ਗੁਜਰਾਤ ਵਿੱਚ ਜਾ ਕੇ ਨਾ ਬੋਲਦੇ, ਥੋੜਾ ਲਾਗੇ ਆ ਕੇ ਬੋਲਦੇ, ਕਿਸਾਨਾਂ ਦੇ ਕੋਲ ਬਹਿੰਦੇ, ਸੁਣਦੇ, ਉਹਨਾਂ ਦੀ ਗੱਲ ਸੁਣਦੇ, ਫਿਰ ਆਪਣਾ ਵਿਚਾਰ ਰੱਖਦੇ। ਐਡੀ ਦੂਰ ਜਾ ਕੇ ਗੱਲਬਾਤ ਕਰਨ ਨੇ, ਸੋ ਲੱਗ ਨਹੀਂ ਰਿਹਾ ਕਿ ਹਾਂ ਵੀ ਜਿਹੜਾ ਕਿਸਾਨੀ ਸੰਘਰਸ਼ ਉਸ ਨੂੰ ਇੱਕ ਚੰਗਾ ਫੈਸਲਾ ਜਿਹੜਾ ਹੈ ਆਉਣ ਵਾਲੇ ਦਿਨਾਂ ਵਿੱਚ ਮਿਲ ਸਕਦਾ ਹੈ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅਖਬਾਰਨਾਮਾ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ, ਐਂਡ ਤੁਸੀਂ ਜੇਕਰ ਪ੍ਰੋਗਰਾਮ ਨੂੰ ਚੰਗੀ ਤਰ੍ਹਾਂ ਪੂਰਾ ਦੇਖਦੇ ਹੋ, ਕਮੈਂਟ ਕਰਨਾ ਚਾਹੁੰਦੇ ਹੋ, ਸਾਡੇ YouTube ਚੈਨਲ ਪੰਜਾਬ ਮਿਲ USA TV ਦੇ ਉੱਪਰ ਜਾ ਕੇ ਸਾਨੂੰ ਜਿਹੜਾ ਕਮੈਂਟ ਹੈ ਕਰ ਸਕਦੇ ਹੋ। ਸੋ ਅੱਜ ਦਾ ਪ੍ਰੋਗਰਾਮ ਇੱਥੇ ਅਸੀਂ ਖਤਮ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।